नमस्कार, सत श्री अकाल जी। गुड मॉर्निंग संगत देख रहे सारे दर्शकों का बहुत बहुत स्वागत है। मैं है रूही ग्रोवर तो जे अज के दिन की गल करिए, अज दिन है बुधवार 9 मार्च 2022 तो देसी फग्गन महीने की मिति है 26 तो ਅਸੀਂ ਜੇ ਪ੍ਰੋਗਰਾਮ ਨੂੰ ਅੱਗੇ ਵਧਾਵਾਂਗੇ ਉਸ ਤੋਂ ਪਹਿਲਾਂ ਜਿਵੇਂ ਕਿ ਅਸੀਂ ਇੱਕ ਸ਼ੁਰੂਆਤੀ ਰਸਮ ਅਦਾ ਕਰਦੇ ਆਪਣੇ ਦਰਸ਼ਕਾਂ ਨੂੰ ਦੱਸਦੇ ਹੁੰਨੇ ਆ, ਕਹਿੰਦੇ ਹੁੰਨੇ ਆ, ਅਪੀਲ ਕਰਦੇ ਆ ਕਿ ਜਿਹੜੇ ਸਾਡੇ ਦਰਸ਼ਕ ਸਾਡੇ ਨਾਲ ਪ੍ਰੋਗਰਾਮ ਵਿੱਚ ਇੱਥੇ ਲਾਈਵ ਜੁੜਨਾ ਚਾਹੁੰਦੇ ਨੇ, ਆਪਣੇ ਕੋਈ ਵਿਚਾਰ ਸਾਂਝਾ ਕਰਨਾ ਚਾਹੁੰਦੇ ਨੇ, ਆਪਣੇ ਐਕਸਪੀਰੀਅੰਸ ਹੀ ਸ਼ੇਅਰ ਕਰਨਾ ਚਾਹੁੰਦੇ ਨੇ, ਆਪਣੇ ਕੋਈ ਸਵਾਲ ਪੁੱਛਣਾ ਚਾਹੁੰਦੇ ਨੇ, ਕੋਈ ਇਨਫੋਰਮੇਸ਼ਨ ਦੇਣਾ ਚਾਹੁੰਦੇ ਨੇ ਜਾਂ ਫਿਰ ਇਹੋ ਜਿਹੀ ਜਾਣਕਾਰੀ ਜੋ ਸਾਡੇ ਤੋਂ ਪ੍ਰੋਗਰਾਮ 'ਚ ਮਿਸ ਹੋ ਗਈ ਉਹਨੂੰ ਕੰਪਲੀਟ ਕਰਨਾ ਚਾਹੁੰਦੇ ਨੇ, ਪੂਰਾ ਕਰਨਾ ਚਾਹੁੰਦੇ ਨੇ ਤਾਂ ਥੱਲੇ ਸਕਰੀਨ 'ਤੇ ਅਸੀਂ ਨੰਬਰਸ ਦਿੱਤੇ ਹੋਏ ਨੇ, ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ। ਹੁਣ ਤੋਂ ਲੈ ਕੇ ਅਗਲੇ 50 ਮਿੰਟ ਤੱਕ ਅਸੀਂ ਤੁਹਾਡੇ ਨਾਲ ਇੱਥੇ ਲਾਈਵ ਜੁੜੇ ਰਵਾਂਗੇ ਤੇ ਤੁਹਾਡੇ ਫੋਨ ਕਾਲਸ ਹੀ ਬੇਸਬਰੀ ਨਾਲ ਅਸੀਂ ਇੰਤਜ਼ਾਰ ਕਰਾਂਗੇ। ਤੇ ਹੁਣ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹਾਂ ਤੇ ਵੇਖਦੇ ਹਾਂ ਕਿ ਅੱਜ ਦੀ ਹੈਲਥ ਟਿਪਸ ਵਿੱਚ ਕੀ ਹੈ ਖਾਸ। ਜੀ ਦਰਸ਼ਕੋ, ਲਓ ਹੁਣ ਸੁਣੋ ਸਿਹਤ ਸੰਬੰਧੀ ਜਾਣਕਾਰੀ। ਅੱਜ ਅਸੀਂ ਤੁਹਾਨੂੰ ਦੱਸਾਂਗੇ ਅਸਥਮਾ ਦੀ ਸਮੱਸਿਆ ਤੋਂ ਨਿਜਾਤ ਪਾਉਣ ਲਈ ਕੁਝ ਘਰੇਲੂ ਨੁਸਖੇ। ਅੱਜ ਕੱਲ੍ਹ ਅਸਥਮਾ ਦੀ ਸਮੱਸਿਆ ਲੋਕਾਂ ਨੂੰ ਬਹੁਤ ਜ਼ਿਆਦਾ ਹੋ ਰਹੀ ਹੈ। ਪ੍ਰਦੂਸ਼ਣ ਤੇ ਗਲਤ ਖਾਣ ਪੀਣ ਦੇ ਕਾਰਨ ਇਹ ਸਮੱਸਿਆ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਅਸਥਮਾ ਇੱਕ ਅਜਿਹੀ ਸਮੱਸਿਆ ਹੈ ਜਿਸ ਕਾਰਨ ਸਰੀਰ ਵਿੱਚ ਆਉਣ ਵਾਲੀ ਹਵਾ ਦਾ ਮਾਰਗ ਤੰਗ ਹੋ ਜਾਂਦਾ ਹੈ। ਇਸ ਸਮੱਸਿਆ ਵਿੱਚ ਬਲਗਮ ਜ਼ਿਆਦਾ ਬਣਨ ਲੱਗਦੀ ਹੈ ਜਿਸ ਕਾਰਨ ਸਾਹ ਲੈਣ ਵਿੱਚ ਤਕਲੀਫ ਹੁੰਦੀ ਹੈ। ਇਸ ਦੇ ਨਾਲ-ਨਾਲ ਬਹੁਤ ਸਾਰੀਆਂ ਸਿਹਤ ਸੰਬੰਧੀ ਸਮੱਸਿਆਵਾਂ ਵੀ ਹੋ ਜਾਂਦੀਆਂ ਹਨ। ਇਸ ਸਮੱਸਿਆ ਨੂੰ ਬਿਲਕੁਲ ਠੀਕ ਕਰਨਾ ਤਾਂ ਸੰਭਵ ਨਹੀਂ, ਪਰ ਕੁਝ ਘਰੇਲੂ ਨੁਸਖਿਆਂ ਨਾਲ ਇਸ ਨੂੰ ਕੰਟਰੋਲ ਜ਼ਰੂਰ ਕੀਤਾ ਜਾ ਸਕਦਾ ਹੈ। ਇਸੇ ਲਈ ਅੱਜ ਅਸੀਂ ਤੁਹਾਨੂੰ ਅਸਥਮਾ ਦੀ ਸਮੱਸਿਆ ਨੂੰ ਕਾਬੂ ਕਰਨ ਦੇ ਕੁਝ ਅਸਰਦਾਰ ਘਰੇਲੂ ਨੁਸਖੇ ਦੱਸਾਂਗੇ। ਅਸਥਮਾ ਦੀ ਸਮੱਸਿਆ ਹੋਣ ਤੇ 1 ਚਮਚਾ ਜੀਰਾ 1 ਗਿਲਾਸ ਦੁੱਧ ਵਿੱਚ ਚੰਗੀ ਤਰ੍ਹਾਂ ਮਿਲਾ ਕੇ ਉਬਾਲ ਲਓ। ਬਾਅਦ ਵਿੱਚ ਇਸ ਦੁੱਧ ਨੂੰ ਛਾਣ ਲਓ। ਇਸ ਦੁੱਧ ਵਿੱਚ ਸੇਂਦਾ ਲੂਣ ਮਿਲਾ ਕੇ ਸਵੇਰੇ ਖਾਲੀ ਢਿੱਡ ਪੀਓ, ਜਿਸ ਨਾਲ ਤੁਹਾਨੂੰ ਫਾਇਦਾ ਹੋਵੇਗਾ। ਪੁਰਾਣੇ ਦਮੇ ਦੀ ਸਮੱਸਿਆ ਨੂੰ ਠੀਕ ਕਰਨ ਲਈ ਫੁੱਲੀ ਹੋਈ ਫਟਕੜੀ ਤੇ ਮਿਸ਼ਰੀ ਨੂੰ ਪੀਸ ਲਓ। ਇਸ ਨੂੰ ਦਿਨ ਵਿੱਚ 2 ਵਾਰ 1-1 ਚਮਚਾ ਕਰਕੇ ਪਾਣੀ ਨਾਲ ਲਓ। ਇਸ ਨਾਲ ਦਮਾ ਤੇ ਅਸਥਮਾ ਦੀ ਸਮੱਸਿਆ ਠੀਕ ਹੋ ਜਾਵੇਗੀ। ਕਾਲੀ ਮਿਰਚ ਤੇ ਸੁੰਡ। ਜੇਕਰ ਤੁਹਾਨੂੰ ਮੀਂਹ ਦੇ ਕਾਰਨ ਸਾਹ ਫੁੱਲਣ ਦੀ ਸਮੱਸਿਆ ਹੋਣ ਲੱਗਦੀ ਹੈ ਤਾਂ ਇਸ ਲਈ ਤੁਸੀਂ ਕਾਲੀ ਮਿਰਚ, ਸੁੰਡ ਤੇ ਖੰਡ ਪੀਸ ਲਓ। ਇਹਨਾਂ ਵਿੱਚ ਸ਼ਹਿਦ ਰਲਾ ਕੇ ਦਿਨ ਵਿੱਚ 3-4 ਵਾਰ ਮੂੰਹ ਵਿੱਚ ਰੱਖੋ। ਇਸ ਨਾਲ ਸਾਹ ਫੁੱਲਣ ਦੀ ਸਮੱਸਿਆ ਕੰਟਰੋਲ ਹੋ ਜਾਵੇਗੀ। ਮਲੇਠੀ। ਖੰਘ ਤੇ ਦਮੇ ਦੀ ਸਮੱਸਿਆ ਨੂੰ ਬਿਲਕੁਲ ਠੀਕ ਕਰਨ ਲਈ 1 ਗਿਲਾਸ ਪਾਣੀ ਵਿੱਚ 1 ਚਮਚਾ ਮਲੱਠੀ ਦਾ ਚੂਰਨ ਚੰਗੀ ਤਰ੍ਹਾਂ ਉਬਾਲ ਲਓ। ਜਦੋਂ ਇਹ ਪਾਣੀ ਅੱਧਾ ਰਹਿ ਜਾਵੇ ਤਾਂ ਇਸ ਨੂੰ ਪੀ ਲਓ, ਜਿਸ ਨਾਲ ਰਾਹਤ ਮਿਲੇਗੀ। ਕਾਲੀ ਮਿਰਚ ਅਤੇ ਇਲਾਇਚੀ। ਸਾਹ ਫੁੱਲਣਾ, ਖੰਘ ਤੇ ਦਮੇ ਦੀ ਸਮੱਸਿਆ ਨੂੰ ਠੀਕ ਕਰਨ ਲਈ ਕਾਲੀ ਮਿਰਚ, ਸੁੰਡ ਤੇ ਹਰੀ ਇਲਾਇਚੀ ਬਰਾਬਰ ਮਾਤਰਾ ਵਿੱਚ ਪੀਸ ਲਓ। ਇਸ ਪਾਊਡਰ ਵਿੱਚ ਗੁੜ ਮਿਲਾ ਕੇ ਛੋਟੀਆਂ-ਛੋਟੀਆਂ ਗੋਲੀਆਂ ਬਣਾ ਲਓ। ਰੋਜ਼ਾਨਾ ਦਿਨ ਵਿੱਚ 3 ਵਾਰ ਇਹ ਗੋਲੀ ਲਓ। ਇਸ ਨਾਲ ਅਸਥਮਾ ਤੇ ਦਮਾ ਦੀ ਸਮੱਸਿਆ ਬਿਲਕੁਲ ਠੀਕ ਹੋ ਜਾਵੇਗੀ। ਅਲਸੀ ਤੇ ਕਾਲੀ ਮਿਰਚ। ਦਮੇ ਦੀ ਸਮੱਸਿਆ ਨੂੰ ਠੀਕ ਕਰਨ ਲਈ ਭੁੰਨੀ ਹੋਈ ਅਲਸੀ ਦੇ 3 ਚਮਚੇ ਤੇ ਕਾਲੀ ਮਿਰਚ ਦਾ 1 ਚਮਚ ਲੈ ਕੇ ਪੀਸ ਲਓ। ਇਸ 'ਚ 2 ਚਮਚੇ ਸ਼ਹਿਦ ਵਿੱਚ ਮਿਲਾ ਕੇ ਸਵੇਰੇ ਸ਼ਾਮ ਚੱਟੋ। ਇਸ ਨਾਲ ਤੁਹਾਡੇ ਦਮਾ ਤੇ ਅਸਥਮਾ ਦੀ ਸਮੱਸਿਆ ਕੰਟਰੋਲ 'ਚ ਰਹੇਗੀ। ਹਲਦੀ ਪਾਊਡਰ। ਦਮਾ ਤੇ ਅਸਥਮਾ ਦੀ ਸਮੱਸਿਆ ਹੋਣ ਤੇ ਹਲਦੀ ਪਾਊਡਰ ਪਾਣੀ ਵਿੱਚ ਮਿਲਾ ਕੇ ਪੀਓ। ਇਸ ਨਾਲ ਤੁਹਾਨੂੰ ਬਹੁਤ ਰਾਹਤ ਮਿਲੇਗੀ। ਮਲੱਠੀ ਪਾਊਡਰ। ਬਲਗਮ ਸੁੱਕ ਜਾਣ ਤੇ 2 ਚਮਚੇ ਮਲੱਠੀ ਦਾ ਪਾਊਡਰ 1 ਗਿਲਾਸ ਪਾਣੀ ਵਿੱਚ ਚੰਗੀ ਤਰ੍ਹਾਂ ਉਬਾਲੋ। ਜਦੋਂ ਇਹ ਪਾਣੀ ਉਬਲ ਜਾਵੇ ਤਾਂ ਇਸ ਵਿੱਚ ਘਿਓ, ਮਿਸ਼ਰੀ, ਸੇਂਦਾ ਲੂਣ ਮਿਲਾ ਕੇ ਪੀਓ। ਇਸ ਨਾਲ ਬਲਗਮ ਬਾਹਰ ਆ ਜਾਵੇਗੀ, ਜਿਸ ਨਾਲ ਤੁਹਾਨੂੰ ਅਸਥਮਾ ਤੋਂ ਨਿਜਾਤ ਮਿਲੇਗੀ। ਤੁਲਸੀ ਅਤੇ ਅਦਰਕ ਦਾ ਰਸ। ਦਮਾ ਤੇ ਅਸਥਮਾ ਦੀ ਸਮੱਸਿਆ ਹੋਣ ਤੇ ਤੁਲਸੀ ਤੇ ਅਦਰਕ ਦਾ ਰਸ ਸ਼ਹਿਦ ਨਾਲ ਮਿਲਾ ਕੇ ਸਵੇਰੇ ਸ਼ਾਮ ਲਓ। ਇਸ ਨਾਲ ਦਮਾ, ਖੰਘ ਤੇ ਬੁਖਾਰ ਠੀਕ ਹੋ ਜਾਵੇਗਾ। ਜੇਕਰ ਤੁਹਾਨੂੰ ਖੰਘ ਬਹੁਤ ਜ਼ਿਆਦਾ ਆਉਂਦੀ ਹੈ ਤਾਂ ਖੰਘ ਨੂੰ ਠੀਕ ਕਰਨ ਲਈ ਅਦਰਕ ਦੇ ਰਸ ਵਿੱਚ ਥੋੜਾ ਜਿਹਾ ਕਾਲਾ ਲੂਣ ਤੇ ਸ਼ਹਿਦ ਮਿਲਾ ਕੇ ਲਓ। ਇਸ ਨਾਲ ਖੰਘ ਦੀ ਸਮੱਸਿਆ ਠੀਕ ਹੋ ਜਾਵੇਗੀ। ਪਰਹੇਜ਼ ਦੱਸ ਦਿੰਦੇ ਹਾਂ ਤੁਹਾਨੂੰ। ਅਸਥਮਾ ਦੀ ਸਮੱਸਿਆ ਹੋਣ ਤੇ ਕੁਝ ਚੀਜ਼ਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ, ਕਿਉਂਕਿ ਇਹ ਚੀਜ਼ਾਂ ਸਰੀਰ ਵਿੱਚ ਹੋਰ ਜ਼ਿਆਦਾ ਵਧਾ ਦਿੰਦੀਆਂ ਹਨ, ਜਿਵੇਂ ਤੇਲ, ਖੱਟੀਆਂ ਚੀਜ਼ਾਂ, ਦੁੱਧ, ਘਿਓ, ਮੱਖਣ, ਤੇਜ਼ ਮਿਰਚ ਮਸਾਲਾ, ਤਲੀਆਂ ਹੋਈਆਂ ਚੀਜ਼ਾਂ। ਇਹ ਚੀਜ਼ਾਂ ਘੱਟ ਤੋਂ ਘੱਟ ਲਓ। ਤੁਸੀਂ ਸੁਣ ਰਹੇ ਸੀ ਸਿਹਤ ਸੰਬੰਧੀ ਜਾਣਕਾਰੀ। ਜੀ ਦਰਸ਼ਕੋ, ਅੱਜ ਅਸੀਂ ਹੈਲਥ ਟਿਪਸ ਵਿੱਚ ਜਾਣਿਆ ਐਸਥਮਾ ਦੀ ਬਿਮਾਰੀ ਬਾਰੇ ਤੇ ਇਸ ਦੇ ਬਚਾਅ ਤੇ ਇਸ ਦੇ ਕੀ ਲੱਛਣ ਹੁੰਦੇ ਨੇ ਉਸ ਦੇ ਬਾਰੇ ਅਸੀਂ ਜਾਣਿਆ। ਤੇ ਹੁਣ ਅਸੀਂ ਪ੍ਰੋਗਰਾਮ ਨੂੰ ਅੱਗੇ ਵਧਾਵਾਂਗੇ ਤੇ ਹਿਸਟਰੀ ਵੱਲ ਰੁਕ ਕਰਾਂਗੇ, ਇਤਿਹਾਸ ਵੱਲ ਰੁਕ ਕਰਾਂਗੇ। ਲੇਕਿਨ ਉਸ ਤੋਂ ਪਹਿਲਾਂ ਦੱਸ ਦਈਏ ਕਿ ਸਟੂਡੀਓ ਵਿੱਚ ਸਾਡੇ ਨਾਲ ਮੌਜੂਦ ਨੇ ਮੇਰੇ ਸਾਥੀ ਗਗਨਦੀਪ ਸਿੰਘ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਜੀ ਪਿਆਰ, ਸਤਿਕਾਰ ਤੇ ਨਿਮਰਤਾ ਸਹਿਤ ਅਰਜ਼ ਕਰਦਾ ਮੈਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਤੁਸੀਂ ਕਰੋ ਆਪਣੇ ਦਿਨ ਦੀ ਸ਼ੁਰੂਆਤ ਤੇ ਅਸੀਂ ਕਰਦੇ ਹਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਇਤਿਹਾਸ ਦੇ ਨਾਲ, ਸਿੱਖ ਇਤਿਹਾਸ ਦੀਆਂ ਘਟਨਾਵਾਂ ਨਾਲ,
ਚਾਹੇ ਉਹ ਦੇਸ਼ ਵਿਦੇਸ਼ ਵਿੱਚ ਹੋਈਆਂ ਘਟਨਾਵਾਂ ਜਾਂ ਸਰਗਰਮੀਆਂ ਹੋਣ, ਉਹਨਾਂ ਤੇ ਅਸੀਂ ਝਾਤ ਮਾਰਾਂਗੇ। ਤੇ ਆਓ ਪਹਿਲਾਂ ਅਸੀਂ ਮੁੱਖ ਨੂੰ ਪਵਿੱਤਰ ਕਰੀਏ ਤੇ ਪਾਵਨ ਪਵਿੱਤਰ ਜਿਹੜਾ ਗੁਰਬਾਣੀ ਦਾ ਫੁਰਮਾਨ ਹੈ ਜਾਂ ਗੁਰਬਾਣੀ ਦੀਆਂ ਉਹ ਸਤਰਾਂ ਨੂੰ ਅਸੀਂ ਦੁਹਰਾਈਏ, ਆਪਣੀ ਰਸਨਾ ਨੂੰ, ਆਪਣੇ ਤਨ ਨੂੰ ਤੇ ਆਪਣੇ ਦਿਨ ਨੂੰ ਜਿਹੜਾ ਆ ਪਵਿੱਤਰ ਕਰੀਏ। ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕੁਛ ਹੈ, ਜਿਸ ਦੇਹ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ ਤੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ ਤੇਰੇ। ਹੇ ਪਰਮਾਤਮਾ, ਤੇਰੇ ਘਰ ਕਿਸ ਚੀਜ਼ ਦਾ ਘਾਟਾ ਆ? ਤੂੰ ਸਭ ਨੂੰ ਦਾਤਾਂ ਦੇਣ ਵਾਲਾ ਆ, ਤੂੰ ਹੀ ਦਾਤਾਰ ਹੈ, ਤੂੰ ਅਕਾਲ ਪੁਰਖ ਹੈ, ਤੂੰ ਹੀ ਸਭ ਜੀਵਾਂ ਦੇ ਉੱਤੇ ਮੇਰਾ ਭਰਿਆ ਹੱਥ ਰੱਖ ਕੇ ਇਸ ਸ੍ਰਿਸ਼ਟੀ ਨੂੰ ਜਿਹੜਾ ਚਲਾ ਰਿਹਾ। ਤੇ ਅਸੀਂ ਗੁਰਬਾਣੀ ਦੀਆਂ ਪਾਵਨ ਪਵਿੱਤਰਾਂ ਸਤਰਾਂ ਜਿਹੜੀਆਂ ਅਸੀਂ ਪੜ੍ਹੀਆਂ ਨੇ, ਤੇ ਅਸੀਂ ਆਪਣੇ ਤਨ ਨੂੰ ਪਵਿੱਤਰ ਕੀਤਾ ਆ, ਆਪਣੀ ਰਸਨਾ ਨੂੰ ਪਵਿੱਤਰ ਕੀਤਾ ਆ, ਅਸੀਂ ਆਪਣੇ ਮਨ ਨੂੰ ਪਵਿੱਤਰ ਕੀਤਾ ਆ। ਤੇ ਰੂਹੀ ਜੀ, ਮੈਂ ਇੱਕ ਗੱਲ ਬਾਰ-ਬਾਰ ਸੋਚ ਰਿਹਾ ਸੀਗਾ ਤੇ ਮੇਰੇ ਦਿਮਾਗ ਦੇ ਵਿੱਚ ਇੱਕ ਗੱਲ ਘੁੰਮਦੀ ਸੀ ਤੇ ਮੈਂ ਫ਼ੋਨ ਵੀ ਚਲਾ ਰਿਹਾ ਸੀ, ਕਿਉਂਕਿ ਅੱਜ ਕੱਲ੍ਹ ਜਿਹੜਾ ਟੈਕਨੋਲੋਜੀ ਦਾ ਜ਼ਮਾਨਾ ਆ, ਮੋਬਾਈਲ ਫ਼ੋਨ ਹਰ ਇੱਕ ਦੇ ਕੋਲ ਹੈ, ਚਾਹੇ ਬੱਚੇ ਦੀ ਗੱਲ ਕਰੀਏ ਤੇ ਚਾਹੇ ਜਿਹੜਾ ਆ ਬੁੱਢੇ ਦੀ ਗੱਲ ਕਰੀਏ ਤੇ ਚਾਹੇ ਅਸੀਂ ਜਵਾਨ ਦੀ ਗੱਲ ਕਰੀਏ, ਹਰੇ ਕੋਲ ਜਿਹੜਾ ਆ ਮੋਬਾਈਲ ਫੋਨ ਉਸ ਦੀ ਜ਼ਰੂਰਤ ਬਣਿਆ। ਤੇ ਜਦੋਂ ਅਸੀਂ ਕੁਝ ਫਾਈਲਾਂ ਡਿਲੀਟ ਕਰ ਦਿੰਦੇ ਹਾਂ ਤੇ ਉਸ ਤੋਂ ਬਾਅਦ 'ਚੋਂ ਅਸੀਂ ਉਹਨੂੰ ਕਲੀਨ ਜ਼ਰੂਰ ਕਰਦੇ ਹਾਂ। ਅਸੀਂ ਹਰ ਅੱਧੇ ਘੰਟੇ ਬਾਅਦ ਕਹਿ ਲਈਏ ਜਾਂ ਦਿਨ ਦੇ ਵਿੱਚ 2 ਜਾਂ 3 ਵਾਰ ਜ਼ਰੂਰ ਕਲੀਨ ਕਰਦੇ ਹਾਂ। ਪਰ ਮੈਂ ਇਹ ਸੋਚਿਆ ਵੀ ਅਸੀਂ ਆਪਣੇ ਨਿੱਜੀ ਜੀਵਨ ਬਾਰੇ ਤਾਂ ਕਲੀਨ ਕਰਨ ਬਾਰੇ ਤਾਂ ਕਦੀ ਅਸੀਂ ਸੋਚਿਆ ਹੀ ਨਹੀਂ ਹੈ। ਆਪਣੇ ਹਿਰਦੇ ਨੂੰ ਕਲੀਨ ਨਹੀਂ ਕਰਦੇ। ਬਿਲਕੁਲ ਜੀ, ਬਿਲਕੁਲ। ਅਸੀਂ ਆਪਣੇ ਜੀਵਨ ਨੂੰ ਕਲੀਨ ਨਹੀਂ ਕਰਦੇ। ਜਿਹੜਾ ਮਨ ਵਿਕਾਰਾਂ ਰੂਪੀ ਜਿਹੜਾ ਭਰਿਆ ਹੁੰਦਾ ਆ ਤੇ ਉਸ ਨੂੰ ਮੈਲ ਲੱਗ ਜਾਂਦੀ ਆ, ਅਸੀਂ ਉਹਨੂੰ ਕਲੀਨ ਕਰਨ ਬਾਰੇ ਕਦੀ ਸੋਚਿਆ ਹੀ ਨਹੀਂ ਹੈ। ਇਸ ਕਰਕੇ ਜਿਹੜੇ ਆ ਦਿਨ ਦੀ ਸ਼ੁਰੂਆਤ ਅਸੀਂ ਇਸ ਪਾਵਨ ਜਿਹੜੀਆਂ ਗੁਰਬਾਣੀ ਦੀਆਂ ਪਾਵਨ ਪਵਿੱਤਰ ਸਤਰਾਂ ਦੇ ਨਾਲ ਜਿਹੜਾ ਆ ਅਸੀਂ ਸ਼ੁਰੂਆਤ ਕਰਾਂਗੇ, ਤਾਂ ਕਿ ਗੁਰਬਾਣੀ ਦਾ ਜਿਹੜਾ ਫਰਮਾਨ ਹੈ ਉਹ ਹੈ ਕਹਿਤੇ ਪਵਿੱਤ ਸੁਣ ਤੇ ਪਵਿੱਤ। ਅਸੀਂ ਇੱਥੇ ਜਿਹੜੇ ਆ ਇਸ ਬਾਣੀ ਦੀਆਂ ਪਾਵਨ ਪਵਿੱਤਰ ਸਤਰਾਂ ਨੂੰ ਅਸੀਂ ਪੜ੍ਹਿਆ ਆ ਆਪਣੇ ਮਨ ਦੇ ਨਾਲ ਤੇ ਆਪਣੀ ਰਸਨਾ ਦੇ ਨਾਲ, ਸਾਡੀ ਪਵਿੱਤਰ ਹੋਈ ਆ। ਜਿਹੜੇ ਦਰਸ਼ਕਾਂ ਨੇ ਸਾਡੇ ਇਸ ਸ਼ੋਅ ਨੂੰ ਦੇਖ ਰਹੇ ਨੇ ਤੇ ਸਵਰਨ ਕਰ ਰਹੇ ਨੇ, ਉਹਨਾਂ ਦਾ ਵੀ ਜਿਹੜਾ ਆ ਮਨ ਤਨ ਜਿਹੜਾ ਆ ਹਿਰਦਾ ਆ ਉਹ ਸ਼ੁੱਧ ਹੋ ਗਿਆ ਹੋਏਗਾ। ਤੇ ਇਸੇ ਤਰ੍ਹਾਂ ਦੀ ਜਿਹੜੀ ਗੁਰਬਾਣੀ ਦੀ ਇੱਕ ਬਹੁਤ ਹੀ ਵੱਡਾ ਪੁਆਇੰਟ ਹੈ, ਬਹੁਤ ਹੀ ਗੁਰਾਂ ਦੀ ਜਿਹੜੀ ਆ ਦੁੱਤੀ ਜਿਹੜੀ ਆ ਸਾਨੂੰ ਦਾਤ ਦਿੱਤੀ ਹੋਈ ਹੈ ਕਿ ਜਿਹੜਾ ਤਾਂ ਪੜ੍ਹਦਾ ਆ ਉਹ ਤਾਂ ਪਵਿੱਤਰ ਹੁੰਦਾ ਹੀ ਹੁੰਦਾ ਆ, ਨਾਲ ਸੁਣਨ ਵਾਲੇ ਦੇ ਵੀ ਜਿਹੜਾ ਆ ਉਹਦੀ ਰਸਨਾ, ਉਹਦਾ ਤਨ ਮਨ ਜਿਹੜਾ ਆ ਸਰੀਰ ਹੈ ਪੂਰੀ ਤਰ੍ਹਾਂ ਜਿਹੜਾ ਆ ਉਹ ਪਵਿੱਤਰ ਹੋ ਜਾਂਦਾ ਹੈ। ਜੀ। ਤੇ ਅੱਜ ਦੇ ਇਤਿਹਾਸ ਵਿੱਚ ਕੀ ਹੈ ਜੀ? ਅੱਜ ਦੇ ਇਤਿਹਾਸ ਬਾਰੇ ਰੂਹੀ ਜੀ ਅਸੀਂ 2 ਜਿਹੜੀਆਂ ਛੋਟੀਆਂ ਘਟਨਾਵਾਂ ਤੇ ਅਸੀਂ ਸਾਂਝ ਪਾਵਾਂਗੇ। ਇੱਕ ਗੁਰੂ ਹਰਗੋਬਿੰਦ ਸਿੰਘ ਜੀ ਦੇ ਭਾਈ ਸੁਥਰਾ ਜੀ ਦੀ ਇੱਕ ਛੋਟੀ ਜੀ ਘਟਨਾ ਆ ਜੋ ਸੱਚੀ ਘਟਨਾ ਆ, ਤੇ ਇੱਕ ਨਾਮਧਾਰੀ ਲਹਿਰ ਕਿਸ ਤਰ੍ਹਾਂ ਦੀ ਹੋਈ ਜਾਂ ਨਾਮਧਾਰੀ ਕੌਣ ਸਨ ਤੇ ਉਹਨਾਂ ਦਾ ਜਿਹੜਾ ਆ ਇਸ ਜਗਤ ਦੇ ਵਿੱਚ ਕੀ ਦੇਣਾ ਹੈ। ਇਹ 2 ਛੋਟੇ ਇਤਿਹਾਸਾਂ ਤੇ ਅਸੀਂ ਜਿਹੜਾ ਆ ਉਹ ਝਾਤ ਮਾਰਾਂਗੇ। ਹਾਂਜੀ ਜੀ। ਗੁਰੂ ਹਰਗੋਬਿੰਦ ਸਾਹਿਬ ਤੇ ਭਾਈ ਸੁਥਰਾ, ਇੱਕ ਵਾਰ ਗੁਰੂ ਹਰਗੋਬਿੰਦ ਸਾਹਿਬ ਦਾ ਦਰਬਾਰ ਲੱਗਾ ਸੀ ਤਾਂ ਭਾਈ ਸੁਥਰਾ ਜੀ ਬਾਕੀ ਸੰਗਤਾਂ ਨਾਲ ਬੈਠ ਕੇ ਕੀਰਤਨ ਸਰਵਣ ਕਰ ਰਹੇ ਸੀ। ਅਚਾਨਕ ਹੀ ਭਾਈ ਸੁਥਰਾ ਸ਼ਾਹ ਜੀ ਉੱਥੇ ਤੇ ਕੀਰਤਨ ਸਰਵਣ ਕਰਦਿਆਂ ਸੰਗਤਾਂ ਚੋਂ ਕੁਝ ਸੱਜਣਾ ਦੇ ਜ਼ੋਰ ਦੀ ਚਪੇੜਾ ਮਾਰ ਕੇ ਭੱਜ ਗਏ। ਇਹ ਗੱਲ ਜੰਗਲ ਦੀ ਅੱਗ ਵਾਂਗ ਫੈਲ ਗਈ ਕਿ ਅੱਜ ਤਾਂ ਭਾਈ ਸੁਥਰੇ ਨੇ ਹੱਦ ਹੀ ਕਰ ਦਿੱਤੀ ਹੈ, ਜੋ ਗੁਰੂ ਦੀਆਂ ਸੰਗਤਾਂ ਤੇ ਕੀਰਤਨ ਸਰਵਣ ਕਰਦਿਆਂ ਹੀ ਚਪੇੜਾ ਮਾਰ ਕੇ ਨੱਠ ਗਿਆ। ਭਾਈ ਸੁਥਰਾ ਗੁਰੂ ਸਾਹਿਬ ਦੇ ਬਹੁਤ ਨਜ਼ਦੀਕੀ ਸੀ। ਗੁਰੂ ਸਾਹਿਬ ਵੀ ਇਸ ਨੂੰ ਬਹੁਤ ਪ੍ਰੇਮ ਕਰਦੇ ਸਨ। ਇਸ ਗੱਲ ਤੋਂ ਕੁਝ ਸੱਜਣ ਖਾਰ ਵੀ ਖਾਂਦੇ ਸਨ ਕਿ ਇਹ ਗੁਰੂ ਸਾਹਿਬ ਦੇ ਨੇੜੇ ਹੋਇਆ ਫਿਰਦਾ ਹੈ। ਉਹਨਾਂ ਨੇ ਹੀ ਬਾਕੀ ਸੰਗਤਾਂ ਨੂੰ ਵੀ ਚੁਕਾ ਕੇ ਲਿਆ ਕੇ ਗੁਰੂ ਸਾਹਿਬ ਨੇ ਤਾਂ ਭਾਈ ਸੁਥਰੇ ਨੂੰ ਜ਼ਿਆਦਾ ਹੀ ਲਾਡਲਾ ਬਣਾ ਰੱਖਿਆ ਹੈ, ਇਸੇ ਲਈ ਇਸ ਤਰ੍ਹਾਂ ਦੀਆਂ ਹਰਕਤਾਂ ਕਰਦਾ ਹੈ। ਦੂਜੇ ਪਾਸੇ ਭਾਈ ਸੁਥਰਾ ਜੀ ਮਾਹੌਲ ਗਰਮਾਇਆ ਹੋਇਆ ਸੀ ਉਹਨਾਂ ਦੇ ਕਰਕੇ, ਕਿਉਂਕਿ ਉਹ ਕੀਰਤਨ ਸੁਣਦਿਆਂ ਦੇ ਜਿਹੜੇ ਆ ਉਹ ਚਪੇੜਾ ਮਾਰਦੇ ਸਨ, ਉਹਨਾਂ ਨੂੰ ਤੰਗ ਪਰੇਸ਼ਾਨ ਕਰਦੇ ਸਨ। ਜੇ ਕਿਸੇ ਦੀ ਪਰਮਾਤਮਾ ਨਾਲ ਲਿਵ ਜੁੜਦੀ ਸੀ ਉਹ ਤਾਂ ਟੁੱਟ ਜਾਂਦੀ ਸੀ। ਇਸ ਤਰ੍ਹਾਂ ਦੀਆਂ ਜਿਹੜੀਆਂ ਹਰਕਤਾਂ ਉਹ ਕਰਦੇ ਸਨ ਤੇ ਦੇਖ ਕੇ ਕਿਧਰੇ ਭੱਜ ਗਏ ਤੇ ਕਾਫੀ ਦਿਨਾਂ ਜਿਹੜੇ ਆ ਉਹ ਸੰਗਤਾਂ ਦੇ ਸਾਹਮਣੇ ਨਹੀਂ ਆਏ। ਜਦ ਗੁਰੂ ਸਾਹਿਬ ਨੇ ਸਨਮੁਖ ਹੋਣ ਦਾ ਵਚਨ ਕੀਤਾ ਤਾਂ ਭਾਈ ਸੁਥਰਾ ਜੀ ਹੱਥ ਜੋੜ ਕੇ ਗੁਰੂ ਸਾਹਿਬ ਅੱਗੇ ਪੇਸ਼ ਹੋਏ। ਗੁਰੂ ਸਾਹਿਬ ਨੇ ਲੱਗੇ ਦੋਸ਼ਾਂ ਦੀ ਸੱਚਾਈ ਬਾਰੇ ਪੁੱਛਿਆ, ਕਿਹਾ ਕਿ ਵੀ ਇਹ ਗੱਲ ਸਹੀ ਹੈ। ਤਾਂ ਭਾਈ ਸੁਥਰੇ ਨੇ ਕਿਹਾ ਕਿ ਮਾਰਾ ਨਾ ਚਪੇੜਾ, ਇਹਨਾਂ ਨੇ ਕੰਮ ਹੀ ਅਜਿਹਾ ਕੀਤਾ ਆ ਕਿ ਮੈਂ ਉਹਨਾਂ ਨੂੰ ਇਸੇ ਕਰਕੇ ਚਪੇੜਾ ਮਾਰਦਾ ਆ। ਤੇ ਇਹ ਜਿਹੜੇ ਅਜਿਹੇ ਕੰਮ ਕਰਦੇ ਨੇ ਉਹ ਕੀ ਕੰਮ ਕਰਦੇ ਨੇ? ਜਦ ਸਾਰਿਆਂ ਨੇ ਕਾਰਨ ਪੁੱਛਿਆ ਤਾਂ ਸੁਥਰੇ ਨੇ ਦੱਸਿਆ
ਇਹ ਹੈਰਾਨੀ ਵਾਲੀ ਗੱਲ ਸੀ ਜਦੋਂ ਕੀਰਤਨ ਲੱਗਾ ਹੋਵੇ ਕੋਈ ਅਜਿਹੀ ਹਰਕਤ ਕਿਉਂ ਕਰੇਗਾ, ਕਿਉਂਕਿ ਸਾਰੇ ਹੀ ਗੁਰੂ ਘਰ ਜਾਂ ਸਾਰੇ ਹੀ ਸੰਗਤ ਦੇ ਵਿੱਚ ਉਦੋਂ ਹੀ ਜੁੜਦੇ ਨੇ ਜਦੋਂ ਪਰਮਾਤਮਾ ਦੇ ਨਾਲ ਜਿਹੜਾ ਆ ਉਹ ਲੀਨ ਹੋਣਾ ਹੁੰਦਾ ਆ। ਇਸੇ ਕਰਕੇ ਤੇ ਉਸ ਨੇ ਜਿਹੜਾ ਆ ਕਾਰਨ ਆਪਣਾ ਦੱਸਿਆ ਤੇ ਸਾਰਿਆਂ ਨੇ ਪੁੱਛਣਾ ਵੀ ਜ਼ਰੂਰ ਚਾਹਿਆ ਵੀ ਸਾਡੇ ਤੋਂ ਜਿਹੜੀ ਕਿਹੜੀ ਗਲਤੀ ਹੋ ਗਈ ਇਸ ਤਰ੍ਹਾਂ ਦੀ। ਤੇ ਉਹਨਾਂ ਨੇ ਭਾਈ ਸੁਥਰਾ ਜੀ ਨੇ ਦੱਸਿਆ ਕਿ ਇਹ ਸੰਗਤ ਵਿੱਚ ਬੈਠੇ ਆਪਸ ਵਿੱਚ ਗੱਲਾਂ ਮਾਰ ਕੇ ਹੱਸ ਰਹੇ ਸਨ, ਜਦ ਕਿ ਉਹ ਵੇੜਾ ਪ੍ਰਮਾਤਮਾ ਦੀ ਪ੍ਰਾਪਤੀ ਦਾ, ਪ੍ਰਮਾਤਮਾ ਦੇ ਸਿਮਰਨ ਦੇ ਵਿੱਚ ਜੁੜਨ ਦਾ ਹੁੰਦਾ ਹੈ। ਕੋਟ ਬ੍ਰਹਿਮੰਡਾਂ ਦੇ ਮਾਲਕ ਦਾ ਦਰਬਾਰ ਲੱਗਾ ਹੋਵੇ, ਇਹ ਸ਼ਬਦ ਸੁਣਨ ਦੀ ਬਜਾਏ ਗੱਲਾਂ ਮਾਰਨ ਤੇ ਨਾਲੇ ਆਪਣਾ ਜੀਵਨ ਕੁਰਾਹੇ ਪਾ ਰਹੇ ਸਨ ਅਤੇ ਨਾਲ ਹੀ ਸੰਗਤਾਂ ਨੂੰ ਵੀ ਪਰੇਸ਼ਾਨ ਕਰ ਰਹੇ ਸੀ ਜੀ। ਇਸ ਲਈ ਮੈਂ ਇਹਨਾਂ ਦੀ ਚਪੇੜਾ ਮਾਰੀਆਂ ਜੀ। ਤੇ ਇਹ ਸੁਣ ਗੁਰੂ ਸਾਹਿਬ ਨੇ ਭਾਈ ਸੁਥਰੇ ਨੂੰ ਪ੍ਰੇਮ ਕੀਤਾ ਤੇ ਈਰਖਾਲੂਆਂ ਨੂੰ ਤਾੜਨਾ ਕੀਤੀ। ਇਸੇ ਤਰ੍ਹਾਂ ਇੱਕ ਸਮੇਂ ਗੁਰੂ ਕੇ ਦਰਬਾਰ ਦੇ ਬਾਹਰ ਖੜਨ ਵਾਲੇ ਪਹਿਰੇਦਾਰਾਂ ਨੇ ਰਾਏ ਕਰ ਲਈ ਕਿ ਆਪਾਂ ਭਾਈ ਸੁਥਰੇ ਨੂੰ ਅੰਦਰ ਨਹੀਂ ਜਾਣ ਦੇਣਾ। ਜਦ ਭਾਈ ਸੁਥਰੇ ਜੀ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਅੰਦਰ ਜਾਣ ਲੱਗੇ ਤਾਂ ਪਹਿਰੇਦਾਰਾਂ ਨੇ ਰੋਕ ਦਿੱਤਾ ਤੇ ਕਿਹਾ ਕਿ ਗੁਰੂ ਸਾਹਿਬ ਦਾ ਹੁਕਮ ਹੈ, ਤੂੰ ਅੰਦਰ ਨਹੀਂ ਜਾ ਸਕਦਾ। ਇਹ ਸੁਣ ਭਾਈ ਸੁਥਰਾ ਜੀ ਬਹੁਤ ਵਿਆਕੁਲ ਹੋਏ, ਕਿਉਂਕਿ ਭਾਈ ਸਾਹਿਬ ਦੀ ਅਵਸਥਾ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ ਵਾਲੀ ਬਣੀ ਹੋਈ ਸੀ। ਇਸ ਲਈ ਗੁਰੂ ਸਾਹਿਬ ਦੇ ਦਰਸ਼ਨਾਂ ਤੋਂ ਬਗੈਰ ਕਹਿਣਾ ਮੱਛੀ ਦਾ ਜਲ ਬਿਨਾ ਰਹਿਣ ਦੇ ਬਰਾਬਰ ਸੀ ਭਾਈ ਸੁਥਰੇ ਲਈ। ਭਾਈ ਸੁਥਰੇ ਨੇ ਠੀਕਰੀਆਂ ਦੀ ਪੰਡ ਭਰੀ ਤੇ ਸਿਰ ਤੇ ਰੱਖ ਲਈ ਜੀ। ਤੇ ਰੱਖ ਕੇ ਜਿਹੜਾ ਆ ਉਹ ਅੱਗੇ ਤੁਰਦੇ ਗਏ ਤੇ ਇਸੇ ਤਰ੍ਹਾਂ ਜਿਹੜਾ ਆ ਉਹ ਪਹਿਰੇਦਾਰਾਂ ਕੋਲ ਜਿਹੜਾ ਗਏ, ਕਿਹਾ ਛੇਤੀ ਪਾਸੇ ਹਟ ਜਾਓ, ਮੈਂ ਅੰਦਰ ਜਾਣਾ ਆ, ਮੈਂ ਗੁਰੂ ਦੇ ਦਰਸ਼ਨ ਕਰਨੇ ਆ, ਗੁਰੂ ਦੀ ਸੰਗਤ ਕਰਨੀ ਆ, ਗੁਰੂ ਸਾਹਿਬ ਲਈ ਭੇਟਾ ਲੈ ਕੇ ਜਾਣੀ ਆ। ਪਰ ਪਹਿਰੇਦਾਰਾਂ ਨੇ ਜਿਹੜੀ ਆ ਉਸ ਦੀ ਇੱਕ ਵੀ ਨਾ ਮੰਨੀ, ਆਪਣੀ ਜਿਹੜੀ ਆ ਜਿੱਦ ਤੇ ਅੜੇ ਰਹੇ, ਲਗਾਤਾਰ ਉਸ ਨੂੰ ਅੰਦਰ ਜਿਹੜੀ ਆ ਨਾ ਜਾਣ ਦੀ ਜਿਹੜੀ ਆ ਉਹ ਜਿੱਦ ਫੜੀ ਹੋਈ ਸੀ। ਕਾਲਜ ਜੁੜਨਾ ਚਾਹੁੰਦੇ ਹੋ ਜੀ? ਸੰਗਤ ਲਾਈਵ ਸੇ ਤੁਹਾਡਾ ਸਵਾਗਤ ਹੈ, ਆਪਣਾ ਨਾਮ ਦੱਸੋ ਜੀ। ਹੈਲੋ ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ ਜੀ, ਸਲਾਮ ਨਮਸਕਾਰ। ਮੇਰਾ ਨਾਮ ਸਿੰਦਰ ਦਾਦਰ ਹੈਗਾ, ਮੈਂ ਗ੍ਰੀਨਫੋਰਡ ਤੋਂ ਬੋਲਦਾ ਹੈਗਾ ਜੀ। ਬਹੁਤ ਬਹੁਤ ਸਵਾਗਤ ਜੀ। 10 ਸਾਲ ਮਾਸਟਰ ਜੀ ਮੈਨੂੰ ਦੱਸਿਆ ਕਿ ਪੜਾਇਆ ਕੀ ਬਚਪਨ ਤੋਂ, ਮਾਂ ਨੇ ਮੈਨੂੰ ਕੀ ਸਿਖਾਇਆ, ਮਾਂ ਨੇ ਕੀ ਪਰਵਰਿਸ਼ ਕੀਤੀ। ਆਪਾਂ ਕਹਿੰਦੇ ਇੱਕ ਪਿਤਾ ਇੱਕ ਹਮ ਬਾਰੇ, ਹਾਂਜੀ ਇੱਕ ਪਿਤਾ ਇੱਕ ਸਿੱਕੇ ਹਮ ਬਾਰੇ ਨਹੀਂ ਸੀਗਾ। ਜੀਸਸ ਕ੍ਰਾਈਸਟ ਦੇ ਬਾਪ ਦਾ ਨਹੀਂ ਪਤਾ ਸੀਗਾ, ਮੁਹੰਮਦ ਦੇ ਬਾਪ ਦਾ ਨਾਮ ਪਤਾ ਸੀਗਾ, ਪਰ ਅਲੀ ਦੇ ਬਾਪ ਦਾ ਨਾਮ ਨਹੀਂ ਪਤਾ ਸੀਗਾ। ਤੇ 5ਵੀਂ ਪਾਤਸ਼ਾਹੀ ਨੇ ਫਿਰ ਐਵੇਂ ਕਟਵਾ ਦਿੱਤਾ ਜਾ ਕੇ ਉੱਥੇ। ਤੇ 10ਵੀਂ ਪਾਤਸ਼ਾਹੀ ਨੇ ਮੇਰੀ ਪੀਰੀ ਸੀਗਾ ਮਿਹਰ ਤੇ ਪਿਆਰ ਦੇ ਨਾਲ ਗੱਲਬਾਤ ਕਰਨੀ, ਸੁਲਾਹ ਕਰੋ, ਪਿਆਰ ਮੁਹੱਬਤ, ਇਹ ਤਲਵਾਰ ਕਰ ਲਓ ਤੇ ਅੰਨੇ ਵਾਕੇ ਸੇ ਵਾਸ ਉਹਦਾ ਯੁੱਧ ਹੋ ਰਿਹਾ ਨਾ। ਇਹ ਯੂਕੇ ਰਾਣੇ ਪੁਰਾਣਾ ਸੁਰਾਣਾ ਉਹਦਾ ਰਾਣਾ ਸੀਗਾ, ਹੀ ਵਾਸ ਮਾਈਟੀ ਕਿੰਗ ਆਫ ਆਲ। ਉਹਦਾ ਕਿਸੇ ਨੇ ਪਿਆਰ ਮੁਹੱਬਤ ਸਮਝਿਆ ਸੀ। ਇਹਦਾ ਯੁੱਧ ਹੈਗਾ ਆਪਾਂ ਇਹ ਇੰਡੀਅਨਾਂ ਨੇ ਕਰਾਇਆ ਹੈਗਾ। ਉਹ ਪਹਿਲੇ ਕਹਿੰਦੇ ਪਾਕਿਸਤਾਨ ਨੋ ਇੰਡੀਅਨ ਦਾ ਡੌਗਸ ਅਲਾਊਡ। ਉਹਦਾ ਮਤਲਬ ਇਹਦਾ ਡੌਗ ਜਿਹੜਾ ਇਨਸਾਨ ਨੂੰ ਜ਼ਿਆਦਾ ਜਾਣੀ ਜਾਣਾ, ਜੋ ਉਹਦੇ ਮਾਰ ਦੀ ਮੌਤ ਹੁੰਦੀ ਆ, ਇੰਜਰ ਡਸ ਪਠਾ ਪਾਉਣ ਆਉਂਦੇ ਆ ਤੇ ਕੁੱਤਾ ਰੋਂਦਾ ਹੈ ਚਾਰੇ ਪਾਸੇ। ਇਹ ਹੁਣ ਮੈਨੂੰ ਪੜ੍ਹਦੇ ਫੇਰ ਲੈ ਜਾਣਗੇ, ਪਰ ਉਹ ਜਦੋਂ ਲੈ ਜਾਂਦੇ ਉਹਨੂੰ ਤੇ ਕੁੱਤਾ ਫਿਰ ਖੁਸ਼ ਹੋ ਜਾਂਦਾ, ਉਹ ਫਿਰ ਘੁੰਮਣ ਫਿਰਦਾ ਪੈਂਦਾ। ਇਸੇ ਕਰਕੇ ਜੋ ਆਪਾਂ ਸੁਣਿਆ ਚਾਹੀਦਾ ਸਾਡੇ ਘਰ ਚ ਫਤਿਹ ਪਤਾ ਪੈਣਾ ਹੈਗਾ, ਇੱਕ ਦਿਨ ਤਾਂ ਆਉਣਾ ਹੀ ਆ ਜੋ ਮੌਤ ਹੋਣੀ ਹੈ। ਜੇ ਅਸੀਂ ਕਹਿੰਦੇ ਵੀ ਕਿਤਾਬ ਅਸੀਂ ਪੜ੍ਹੀ, ਜਿਹਦੀ ਕਿਤਾਬ ਤਾਂ ਪੜ੍ਹੀ ਉੱਤੇ ਸਰੋਪਾ ਰੱਖੀ ਜਾਂਦੇ ਆ। ਆਹ ਹਰਮੰਦਰ ਸਾਹਿਬ ਦੇਖ ਲਓ, ਉਹਦੇ ਕੀ ਦਿਖਾਉਂਦੇ ਆ, ਉਹ ਇੱਕ ਸਾਈਡ ਰੱਖਦੇ ਆ ਫਿਰ ਚੱਕ ਦਿੰਦੇ ਆ। ਉਹ ਪੜ੍ਹ ਕੇ ਦੇਖੋ, ਸੋਚੋ, ਸਾਨੂੰ ਵਿਚਾਰ ਕਰੋ। ਜੋ ਗੁਰੂ ਨਾਨਕ ਸੀਗਾ, ਗੁਰੂ ਨਾਨਕ 20 ਰੁਪਏ ਲੰਗਰ ਨਹੀਂ ਲਾਇਆ ਸੀਗਾ, ਉਹ 2 ਰੁਪਏ ਦਾ ਲਾਇਆ ਸੀ। ਉਹ ਪੰਚਾਇਤ ਸਰਪੰਚ ਪਟਵਾਰੀ, ਉਹਦਾ ਬਾਪ ਸੀਗਾ ਪਟਵਾਰੀ ਵਾਸਤੇ ਜ਼ਮੀਨ ਬਣ ਦੇਣੀ ਤੇ ਜੈਲਦਾਰ ਸੀ ਉੱਤੇ ਤੇ ਤਹਿਸੀਲਦਾਰ ਕੋਲ ਜਾਂਦਾ ਨਹੀਂ ਸੀਗਾ। ਉਹ ਜੈਲਦਾਰ ਕਹਿੰਦਾ ਮਾਮਲਾ ਇੱਥੇ ਖਤਮ ਕਰ ਦਿਓ। ਉਹ ਰਾਤੋਂ ਰਾਤ ਜ਼ਮੀਨ ਪੱਟ ਕੇ ਉੱਧਰ ਕਰ ਦਿੰਦੇ ਸੀਗੇ। ਆਹ ਤੇ ਉਹ ਗੂਠਾ ਲਵਾ ਦਿਆ ਜਦ ਮੇਰੇ ਕੋਲ ਕੀ ਦਾ ਸਲੋਕ ਹੈ ਨਾ, ਸੇਫ ਦੇ ਇੱਕ ਚਾਬੀ 3 ਲੋਕ ਨੂੰ ਲੱਗਦੀ ਸੀ। ਠੀਕ ਹੈ ਜੀ। ਤੇ ਹੁਣ ਬਣ ਗਿਆ ਸਿਕਿਉਰਿਟੀ ਕੋਡ, ਉਹਦਾ ਪਿਨ ਨੰਬਰ ਦੱਬੋ, ਉਹਦਾ ਕੀਲੈਸ ਲੌਕਸ। ਠੀਕ ਹੈ ਜੀ, ਆਵਾਜ਼ ਨਾ ਖੋਲ ਲਓ ਜਾਂ ਇਸ ਤਰ੍ਹਾਂ ਕਰ ਲਓ। think where we have come, ਵਾਪਸ ਜਾਣਾ ਪੈਣਾ ਉੱਥੇ ਜਿੱਥੋਂ ਅਸੀਂ ਆਏ ਸੀ। ਸ਼ੁਰੂਆਤ ਕੱਲ ਕਾਲ ਤੇ ਅਕਾਲ, ਅਕਾਲ ਪੁਰਖ ਜੇ ਕੋਲ ਮਾਰ ਕੇ ਜਾਣਾ, ਉਹ ਸੱਚ ਦੀ ਆਵਾਜ਼ ਸੁਣਨੀ ਪੈਂਦੀ ਸਾਨੂੰ। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਜੀ। ਬੋਲਾਂਗੇ ਨਾ ਉਹਦਾ ਥਿਊਰੀ ਪ੍ਰੈਕਟਿਸ ਵੀ ਕਰਨੀ ਹੋਵੇ। ਜੀ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ, ਗੁੱਡ ਮਾਰਨਿੰਗ ਜੀ, ਸਤਿ ਸ਼੍ਰੀ ਅਕਾਲ ਜੀ।
ਬਹੁਤ ਬਹੁਤ ਧੰਨਵਾਦ ਸਾਡੇ ਪ੍ਰੋਗਰਾਮ ਦੇ ਵਿੱਚ ਜੁੜਨ ਦੇ ਲਈ। ਤੇ ਅਸੀਂ ਗੱਲ ਕਰ ਰਹੇ ਸੀਗੇ 6ਵੇਂ ਪਾਤਸ਼ਾਹ ਜੀ ਤੇ ਸੁਥਰਾ ਜੀ ਦੀ, ਤੇ ਪਹਿਰਾਦਾਰਾਂ ਨੇ ਜਿਹੜੀ ਉਸ ਦੀ ਇੱਕ ਵੀ ਨਹੀਂ ਮੰਨੀ, ਕਿਉਂਕਿ ਉਹਨੇ ਜਿਹੜਾ ਆ ਇਹ ਕਿਹਾ ਸੀਗਾ ਕਿ ਮੈਂ ਅੰਦਰ ਭੇਟਾ ਲੈ ਕੇ ਜਾਣਾ ਹੈ। ਇਹ ਸ਼ਰਤ ਰੱਖ ਦਿੱਤੀ ਕਿ ਜੋ ਤੈਨੂੰ ਵੀ ਜਿਹੜਾ ਗੁਰੂ ਦਰਬਾਰ ਵਿੱਚੋਂ ਬਖਸ਼ਿਸ਼ਾਂ ਮਿਲਣਗੀਆਂ ਉਹਨਾਂ ਵਿੱਚ ਅੱਧਾ ਸਾਡਾ ਜਿਹੜਾ ਆ ਉਹ ਹਿੱਸਾ ਹੋਵੇਗਾ। ਭਾਈ ਸੁਥਰੇ ਨੇ ਸ਼ਰਤ ਝੱਟ ਹੀ ਮੰਨ ਲਈ ਜੀ। ਜਦ ਗੁਰੂ ਦਰਬਾਰ ਵਿੱਚ ਜਾ ਕੇ ਭਾਈ ਸੁਥਰੇ ਨੇ ਪੰਡ ਰੱਖੀ ਤਾਂ ਗੁਰੂ ਸਾਹਿਬ ਤਾਂ ਜਾਨੀ ਜਾਨ ਸਨ। ਉਹਨਾਂ ਨੇ ਭਾਈ ਸੁਥਰੇ ਤੋਂ ਕਾਰਨ ਪੁੱਛਿਆ ਤਾਂ ਭਾਈ ਸੁਥਰੇ ਨੇ ਸਭ ਕੁਝ ਸੱਚ ਦੱਸ ਦਿੱਤਾ ਤੇ ਇਹ ਸੁਣ ਗੁਰੂ ਸਾਹਿਬ ਖੁਸ਼ ਹੋਏ ਤੇ ਕਿਹਾ ਕਿ ਭਾਈ ਸੁਥਰਾ ਮੰਗ ਕੀ ਮੰਗਦਾ ਹੈ। ਤੇ ਭਾਈ ਸੁਥਰਾ ਜੀ ਨੇ ਕਿਹਾ ਕਿ ਮੇਰੇ 100 ਕੋੜੇ ਮਾਰੇ ਜਾਣ। ਜਦ ਗੁਰੂ ਸਾਹਿਬ ਨੇ ਅਜਿਹੀ ਅਜੀਬੋ-ਗਰੀਬ ਮੰਗ ਦਾ ਕਾਰਨ ਪੁੱਛਿਆ ਤਾਂ ਭਾਈ ਸੁਥਰਾ ਜੀ ਨੇ ਕਿਹਾ ਕਿ ਇਹਨਾਂ ਵਿੱਚ ਅੱਧਾ ਹਿੱਸਾ ਪਹਿਰੇਦਾਰਾਂ ਦਾ ਵੀ ਹੈ, ਜਿਨ੍ਹਾਂ ਨੇ ਮੈਨੂੰ ਇਸ ਸ਼ਰਤ ਤੇ ਅੰਦਰ ਆਉਣ ਦੀ ਅਨੁਮਤੀ ਦਿੱਤੀ ਸੀ। ਇਹ ਸੁਣ ਗੁਰੂ ਸਾਹਿਬ ਨੇ ਪਹਿਰੇਦਾਰਾਂ ਨੂੰ ਬੁਲਾਇਆ ਤੇ ਤਾੜਨਾ ਕੀਤੀ। ਤੇ ਇਸੇ ਤਰ੍ਹਾਂ ਦੀ ਜਿਹੜੀ ਆ ਸਾਡੇ ਲਾਲਚ ਜਿਹੜਾ ਸਾਡੇ ਮਨ ਵਿੱਚ ਆ ਜਾਂਦਾ ਆ ਜਾਂ ਅਸੀਂ ਕਿਸੇ ਨੂੰ ਲਾਲਚ ਵਾਸਤੇ ਪ੍ਰੇਰਦੇ ਆ ਤਾਂ ਉਸ ਦਾ ਜਿਹੜਾ ਆ ਹਿੱਸੇਦਾਰ ਅਸੀਂ ਵੀ ਉਨਾ ਹੀ ਹੁੰਦੇ ਆ ਜਿੰਨਾ ਜਿਹੜਾ ਆ ਲਾਲਚ ਕਰਨ ਵਾਲਾ ਹੁੰਦਾ ਆ। ਤੇ ਇਸੇ ਕਰਕੇ ਸਾਨੂੰ ਲਾਲਚ ਦਵੈਤ ਭਾਵਨਾ ਤੋਂ ਜਿਹੜਾ ਆ ਉੱਪਰ ਉੱਠ ਕੇ ਪਰਮਾਤਮਾ ਦੀ ਜਿਹੜੀ ਆ ਸੇਵਾ ਜਿਹੜੀ ਆ ਉਹ ਕਰਨੀ ਚਾਹੀਦੀ ਆ, ਚਾਹੇ ਉਹ ਸੰਗਤ ਰੂਪੀ ਹੋਵੇ, ਚਾਹੇ ਉਹ ਕਿਸੇ ਦਾਨ ਕਰਤਾ ਵਜੋਂ ਹੋਵੇ ਜਾਂ ਕਿਸੇ ਵੀ ਰੂਪ ਦੇ ਵਿੱਚ ਅਸੀਂ ਸੇਵਾ ਕਰਦੇ ਹੋਈਏ। ਅਸੀਂ ਅਕਸਰ ਗੁਰੂ ਘਰਾਂ ਦੇ ਵਿੱਚ ਜਾਂਦੇ ਆ, ਉੱਥੇ ਝਾੜੂ ਲਗਾਉਂਦੇ ਆ, ਜੋੜੇ ਸਾਫ਼ ਕਰਦੇ ਆ। ਗੁਰੂ ਘਰ ਦੇ ਵਿੱਚ ਹੋਰ ਕਈ ਤਰ੍ਹਾਂ ਦੀਆਂ ਜਿਹੜੀਆਂ ਸੇਵਾਵਾਂ ਹੁੰਦੀਆਂ, ਲੰਗਰ ਦੀ ਸੇਵਾਵਾਂ ਹੁੰਦੀਆਂ ਨੇ, ਪਰ ਸਾਡੇ ਮਨ ਦੇ ਵਿੱਚ ਇੱਕ ਕਿਨ ਮਾਤਰ ਵੀ ਜੇ ਇਸ ਤਰ੍ਹਾਂ ਦਾ ਪਾਪ ਪਨਪ ਜਾਵੇ ਤਾਂ ਉਹ ਸਾਰੀ ਕੀਤੀ ਕਰਾਈ ਨੂੰ ਖੂਹ 'ਚ ਜਿਹੜਾ ਆ ਉਹ ਪਾ ਦਿੰਦਾ। ਜਿਸੇ ਤਰ੍ਹਾਂ ਹੁਣ ਅਸੀਂ ਇੱਕ ਸੱਚੀ ਘਟਨਾ ਜਿਹੜੀ ਆ ਗੁਰੂ ਹਰਗੋਬਿੰਦ ਸਾਹਿਬ ਤੇ ਭਾਈ ਸੁਥਰਾ ਜੀ ਬਾਰੇ ਜਿਹੜੀ ਆ ਅਸੀਂ ਸੁਣੀ ਆ। ਤੇ ਆਓ ਅਸੀਂ ਹੁਣ ਗੱਲ ਕਰਦੇ ਆ ਨਾਮਧਾਰੀ ਲਹਿਰ ਦੀ। ਨਾਮਧਾਰੀ ਕੌਣ ਸਨ, ਇੱਕ ਛੋਟਾ ਜਿਹਾ ਜਿਹੜਾ ਆ ਝਾਤ ਉਹਨਾਂ ਦੇ ਜੀਵਨ ਤੇ ਮਾਰਾਂਗੇ ਤੇ ਉਹਨਾਂ ਦੇ ਥੋੜੇ ਜਿਹੇ ਜੀਵਨ ਬਰਤਾਂਤ ਬਾਰੇ ਤੇ ਉਹਨਾਂ ਦੇ ਜਿਹੜਾ ਆ ਇਸ ਨਾਮਧਾਰੀ ਲਹਿਰ ਬਾਰੇ ਕੁਝ ਜਾਣਾਂਗੇ ਜੀ। ਨਾਮਧਾਰੀ ਇੱਕ ਉਪ ਫਿਰਕਾ ਹੈ ਜੋ ਨਾਮਧਾਰੀ ਜਾਂ ਕੂਕਾ ਖਵਾਉਂਦਾ ਹੈ। ਇਸ ਦਾ ਇਤਿਹਾਸ ਬਹੁਤਾ ਪੁਰਾਣਾ ਨਹੀਂ, ਪਿਛਲੀ ਸਦੀ ਦੇ ਅੱਧ ਤੋਂ ਬਾਅਦ ਇਸ ਦਾ ਆਰੰਭ ਹੋਇਆ ਸੀ ਤੇ ਇਸ ਦੇ ਸੰਚਾਲਕ ਬਾਬਾ ਰਾਮ ਸਿੰਘ ਜੀ ਸੀ ਜੋ ਹਰ ਵਕਤ ਨਾਮ ਸਿਮਰਨ ਤੇ ਜ਼ੋਰ ਦਿੰਦੇ ਸੀ। ਇਸ ਕਰਕੇ ਇਸ ਲਹਿਰ ਦਾ ਨਾਂ ਨਾਮਧਾਰੀ ਲਹਿਰ ਪੈ ਗਿਆ। ਇਹ ਮੁੱਢੋਂ ਹੀ ਰੱਬ ਭਗਤ ਸਨ, ਪਰ ਸਮਾਜ ਦੇ ਦੋਸ਼ ਤੱਕਣ ਤੋਂ ਬਾਅਦ ਇਨਕਲਾਬੀ, ਵਿਦਰੋਹੀ ਤੇ ਸਮਾਜ ਸੁਧਾਰਕ ਬਣ ਗਏ। ਬਾਬਾ ਰਾਮ ਸਿੰਘ ਜੀ ਦਾ ਜਨਮ ਸਨ 1816 ਈਸਵੀ ਵਿੱਚ ਸ਼੍ਰੀ ਭੈਣੀ ਨਾਮ ਦੇ ਪਿੰਡ ਜ਼ਿਲ੍ਹਾ ਲੁਧਿਆਣਾ ਪੰਜਾਬ ਵਿੱਚ ਇੱਕ ਤਰਖਾਣ ਦੇ ਘਰ ਹੋਇਆ ਸੀ। ਬਾਬਾ ਰਾਮ ਸਿੰਘ ਜੀ ਜਵਾਨੀ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿੱਚ ਭਰਤੀ ਹੋ ਗਏ। ਉਹ ਆਪਣਾ ਵਧੇਰੇ ਸਮਾਂ ਈਸ਼ਵਰ ਭਗਤੀ ਵਿੱਚ ਹੀ ਬਿਤਾਉਂਦੇ ਸਨ, ਜਿਸ ਦੇ ਕਾਰਨ ਜਲਦੀ ਹੀ ਫੌਜ ਵਿੱਚ ਉਹ ਹਰਮਨ ਪਿਆਰੇ ਹੋ ਗਏ। ਕਈ ਵਾਰੀ ਤਾਂ ਭਗਤੀ ਵਿੱਚ ਇਤਨੇ ਲੀਨ ਹੋ ਜਾਂਦੇ ਸਨ ਕਿ ਆਪਣੇ ਫੌਜੀ ਫਰਜ਼ਾਂ ਨੂੰ ਵੀ ਭੁੱਲ ਜਾਂਦੇ ਸਨ ਜੀ। ਕੁਝ ਸਮਾਂ ਮਗਰੋਂ ਇਹਨਾਂ ਨੇ ਨੌਕਰੀ ਛੱਡ ਦਿੱਤੀ ਅਤੇ ਆਪਣੇ ਪਿੰਡ ਵਿੱਚ ਆ ਕੇ ਭਗਤੀ ਦੇ ਨਾਲ-ਨਾਲ ਸਮਾਜ ਸੁਧਾਰ ਨੂੰ ਆਪਣੀ ਕਰਮ ਭੂਮੀ ਦਾ ਹਿੱਸਾ ਬਣਾ ਲਿਆ। ਧਾਰਮਿਕਤਾ ਤੇ ਦੇਸ਼ ਭਗਤੀ ਦਾ ਸੰਗਮ ਜਿਸ ਪ੍ਰਕਾਰ ਆਪਣੇ ਕੀਤਾ ਉਹ ਆਪਣੇ ਆਪ ਵਿੱਚ ਇੱਕ ਅਦੁੱਤੀ ਮਿਸਾਲ ਸੀ ਤੇ ਇਸ ਤੋਂ ਇਲਾਵਾ ਦੇਸ਼ ਨੂੰ ਸਮਾਜਿਕ ਪੱਖੋਂ ਵੀ ਮਜ਼ਬੂਤ ਕੀਤਾ ਜੀ। ਸੰਗਤ ਲਾਈਵ 'ਚ ਤੁਹਾਡਾ ਸਵਾਗਤ ਹੈ। ਆਪਣਾ ਨਾਮ ਦੱਸੋ ਜੀ। ਬੀਬਾ ਗੁਰੂਵਰ ਜੀ ਤੁਹਾਨੂੰ ਤੇ ਗਗਨਦੀਪ ਸਿੰਘ ਜੀ ਤੁਹਾਨੂੰ, ਤੁਹਾਡੇ ਸਟਾਫ ਨੂੰ, ਤੁਹਾਡੇ ਦਰਸ਼ਕਾਂ ਨੂੰ ਗੁਰਦੇਵ ਸਿੰਘ ਭੋਗਲ ਵੱਲੋਂ ਆਦਾਬ, ਨਮਸਕਾਰ, ਸਤਿ ਸ਼੍ਰੀ ਅਕਾਲ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਭੋਗਲ ਸਾਹਿਬ ਬਹੁਤ ਬਹੁਤ ਸਵਾਗਤ ਤੁਹਾਡਾ। ਬਹੁਤ ਧੰਨਵਾਦ ਜੀ ਤੁਹਾਡਾ, ਬਹੁਤ ਧੰਨਵਾਦ। ਤੁਹਾਡਾ ਪ੍ਰੋਗਰਾਮ ਦੇਖ ਰਹੇ ਆ। ਚਲੋ ਤੁਸੀਂ ਪਿਆਰ ਦਿੰਦੇ ਹੋ, ਪਿਆਰ ਨਾਲ ਬੁਲਾਉਂਦੇ ਹੋ। ਪਿਆਰ ਨੂੰ ਪਿਆਰ ਵਾ, ਹੱਥ ਨੂੰ ਹੱਥ ਜਿਹਨੂੰ ਕਹਿੰਦੇ ਪੰਜਾਬੀ 'ਚ। ਬਿਲਕੁਲ ਜੀ। ਤੇ ਤੁਸੀਂ ਪਿਆਰ ਦਿੰਦੇ ਹੋ ਤਾਂ ਹੀ ਆਉਂਦੇ ਆ ਨਾ। ਬਿਲਕੁਲ ਜੀ। ਤੇ ਜਿਹੜੀ ਅੱਜ ਭਾਈ ਸੁਥਰੇ ਦੀ ਤੁਸੀਂ ਜਿਹੜੀ ਗੱਲ ਦੱਸੀ ਆ ਬਿਲਕੁਲ ਠੀਕ ਵਾ। ਹਾਂਜੀ। ਤੇ ਸਾਨੂੰ ਪਹਿਰਾ ਦੇਣਾ ਪੈਣਾ। ਦੇਖੋ ਭਾਈ ਸੁਥਰਾ ਅੰਦਰੋਂ ਬਿਲਕੁਲ ਸਾਫ਼ ਸੁਥਰਾ ਸੀ। ਬਿਲਕੁਲ ਜੀ। ਤੇ ਬਾਕੀ ਦਿਖਾਵੇ ਵਾਲੇ ਬਹੁਤ ਸੀਗੇ ਤੇ ਮਹਾਰਾਜ ਨੇ ਐਵੇਂ ਥੋੜੀ ਕਹਿਤਾ ਵੀ ਜਿਨ ਪੱਟ ਅੰਦਰ ਬਾਹਰ ਗੁਜ਼ਰ ਤੇ ਭਲੇ ਸੰਸਾਰ। ਬਿਲਕੁਲ ਜੀ। ਜਿਹੜੇ ਅੰਦਰੋਂ ਰੇਸ਼ਮ ਵਰਗੇ ਨੇ ਬਾਹਰੋਂ ਭਾਵੇਂ ਉਹ ਕਪਾਟੇ ਕੱਪੜੇ ਹੋਣ, ਖੱਦਰ ਦੇ ਕੱਪੜੇ ਹੋਣ, ਉਹ ਨਾ ਦੇਖੋ। ਪਰ ਅੱਜ ਕੱਲ ਜਿਹੜਾ ਰੁਝਾਨ ਆ ਉਹ ਇਹੋ ਹੀ ਆ ਕਿ ਬਾਹਰੋਂ ਜਿਹੜੀ ਬਹੁਤ ਸੋਹਣੇ ਲੱਗਣ, ਗੱਲਾਂ ਵੀ ਕਰਨ ਸੋਹਣੀਆਂ, ਭਾਵੇਂ ਓਪਰੀਆਂ ਕਰਨ, ਪਰ ਅੰਦਰ ਬਿਲਕੁਲ ਉਸ ਤੋਂ ਉਲਟ ਹੋਵੇ। ਇਹ ਮਹਾਰਾਜ ਦਾ ਇਹ ਜਿਹੜੀ ਸੁਥਰੀ ਤੁਸੀਂ ਅੱਜ ਸੁਣਾਈ ਆ ਨਾ ਸਾਖੀ, ਬਹੁਤ ਵਧੀਆ ਸੁਣਾਈ ਆ। ਸਾਨੂੰ ਇਹਦੇ ਕੋਲ ਸਿੱਖਣਾ ਚਾਹੀਦਾ। ਸਿੱਖਣਾ ਇਹ ਚਾਹੀਦਾ ਵੀ ਅੰਦਰੋਂ ਸਾਫ਼ ਸੁਥਰੇ ਹੋਣਾ, ਸੁਥਰੇ ਵਰਗੇ, ਭਾਈ ਸੁਥਰੇ ਵਾਂਗੂ ਅੰਦਰੋਂ ਸਾਫ਼ ਸੁਥਰੇ ਹੋਈਏ। ਹਾਂਜੀ ਭੋਗਲ ਸਾਹਿਬ ਜੀ, ਇਹ ਵੀ ਕਹਿਣਾ ਚਾਹੁੰਦੇ ਆ ਕਿ ਉਹਨਾਂ ਦਾ ਨਾਮ ਹੀ ਸੁਥਰਾ ਨਹੀਂ ਸੀਗਾ, ਉਹਨਾਂ ਦੇ ਕਰਮ ਵੀ ਸੁਥਰੇ ਸੀਗੇ ਤੇ ਉਹਨਾਂ ਦਾ ਜੀਵਨ ਵੀ ਸੁਥਰਾ ਸੀ। ਬਿਲਕੁਲ ਤਾਂ ਮੈਨੂੰ ਚੰਗਾ ਲੱਗਾ। ਬਿਲਕੁਲ ਠੀਕ ਵਾ। ਅੰਦਰੋਂ ਸਾਫ਼ ਸੁਥਰੇ ਹੋਣ ਦੀ ਲੋੜ ਵਾ। ਅਸੀਂ ਬਾਹਰੋਂ ਸਾਫ਼ ਸੁਥਰੇ ਬਹੁਤ ਹੋਈ ਜਾਂਦੇ ਆ ਤੇ ਇਸੇ ਕਰਕੇ ਕੁਝ ਬਣਦਾ ਨਹੀਂ ਹੈ। ਸਾਫ਼ ਸੁਥਰੇ ਅੰਦਰੋਂ ਹੋਣਾ। ਤਾਈਓ ਮਹਾਰਾਜ ਨੇ ਇਹ ਪੰਕਤੀ, ਇਹ ਸ਼ਬਦ ਫਰਮਾਇਆ ਸੀ ਵੀ ਜਿਨ ਪੱਟ ਅੰਦਰ ਬਾਹਰ ਗੁਜ਼ਰ ਤੇ ਭਲੇ ਸੰਸਾਰ। ਬਿਲਕੁਲ ਜੀ, ਬਿਲਕੁਲ। ਇਹਦਾ ਮਤਲਬ ਵੀ ਗਗਨਦੀਪ ਸਿੰਘ ਜੀ ਇਹੋ ਹੀ ਆ। ਤੇ ਆਪਾਂ ਬਸ ਆਹੇ ਕਰਨਾ ਜੀ। ਅਸੀਂ ਗੁਰੂ ਨਾਲ ਜੁੜਨਾ,
ਸੁਥਰੇ ਨੂੰ ਜਦੋਂ ਪੁੱਛਿਆ ਵੀ ਮਹਾਰਾਜ ਨੇ ਪੁੱਛਿਆ ਸੀਗਾ ਵੀ ਸੁਥਰਿਆ ਵੀ ਤੂੰ ਇਹਨਾਂ ਦੇ ਨਾਲ ਵਰਤਾਰਾ ਚੰਗਾ ਨਹੀਂ ਕਰਦਾ, ਕਹਿੰਦੇ ਮਹਾਰਾਜ ਇਹ ਕੀ ਕਹਿੰਦੇ ਨੇ, ਤੇ ਮਹਾਰਾਜ ਕਹਿੰਦੇ ਗਾਲ ਗਲੋਚੀ ਵੀ ਤੂੰ ਕਰ ਦੇਣਾ। ਹਾਂਜੀ। ਤਾਂ ਭਾਈ ਸੁਥਰਾ ਕਹਿਣ ਲੱਗਾ ਹੱਥ ਜੋੜ ਕੇ ਸੱਚੇ ਪਾਤਸ਼ਾਹ ਇਹਨਾਂ ਨੂੰ ਪੁੱਛੋ ਵੀ ਜਦੋਂ ਤੁਸੀਂ ਅੱਜ ਜਦੋਂ ਤੁਸੀਂ ਕਥਾ ਸ਼ੁਰੂ ਕੀਤੀ ਆ ਤਾਂ ਕਥਾ ਦਾ ਪਹਿਲਾ ਸ਼ਬਦ ਸ਼ੁਰੂ ਕੀਤਾ ਤੁਸੀਂ ਉਹ ਸ਼ਬਦ ਦੀ ਕਥਾ ਕਰਨੀ, ਤੇ ਪਹਿਲਾ ਸ਼ਬਦ ਕਿਹੜਾ ਸੀਗਾ? ਤੇ ਮਹਾਰਾਜ ਨੇ ਸਾਰਿਆਂ ਨੂੰ ਪੁੱਛਿਆ ਜਿਹੜੇ ਸ਼ਿਕਾਇਤ ਲੈ ਕੇ ਆਏ ਸੀ, ਕਿਸੇ ਨਹੀਂ ਸੀ ਪਤਾ। ਤੇ ਭਾਈ ਸੁਥਰਾ ਕਹਿਣ ਲੱਗਾ ਸੱਚੇ ਪਾਤਸ਼ਾਹ ਇਹਨਾਂ ਨੂੰ ਮੇਰੀ ਗਾਲ ਤਾਂ ਚੇਤੇ ਆ, ਮੇਰੇ ਮੰਦੇ ਬੋਲ ਚੇਤੇ ਆ, ਤੇ ਤੁਹਾਡੇ ਸ਼ਬਦ ਦਾ ਇੱਕ ਵੀ ਸ਼ਬਦ ਨਹੀਂ ਚੇਤੇ। ਵਾਹਿਗੁਰੂ। ਤੇ ਉਹਨਾਂ ਜਿਹਨਾਂ ਨੇ ਸ਼ਿਕਾਇਤ ਕੀਤੀ ਸੀ ਉਹਨਾਂ ਦਾ ਉਹ ਹਾਲ ਕੀਤਾ ਜਿਹੜਾ ਰਹੇ ਰੱਬ ਦਾ ਨਾਮ ਭਾਈ ਸੁਥਰੇ ਨੇ, ਉਹ ਅੰਦਰੋਂ ਸੁਥਰਾ ਸਾਫ ਸੁਥਰਾ ਸੀ। ਬਿਲਕੁਲ ਜੀ ਬਿਲਕੁਲ। ਆਪਾਂ ਅੰਦਰੋਂ ਸਾਫ ਸੁਥਰੇ ਬਣਨਾ, ਬਾਹਰੋਂ ਦਿਖਾਵੇ ਨਾ ਕਰੀਏ, ਉਹਦੇ ਨਾਲ ਕੁਝ ਨਹੀਂ ਬਣਨਾ। ਉਹ ਨਾ ਇੱਕੋ ਇੱਕ ਕੰਮ ਹੋਣਾ, ਤੁਹਾਡਾ ਨੁਕਸਾਨ ਹੋਣਾ ਆ। ਬਿਲਕੁਲ ਜੀ। ਅਧਿਆਤਮਿਕ ਤੌਰ ਤੇ ਵੀ ਹੋਏਗਾ, ਸਮਾਜਿਕ ਤੌਰ ਤੇ ਵੀ ਹੋਏਗਾ, ਉਹਦੇ ਨਾਲ ਨੁਕਸਾਨ ਹੋਏਗਾ, ਤੁਹਾਨੂੰ ਲਾਭ ਕੁਝ ਨਹੀਂ ਹੋਣਾ। ਬਿਲਕੁਲ ਜੀ ਬਿਲਕੁਲ। ਤੇ ਬਸ ਇੰਨੀ ਕ ਹਾਜ਼ਰੀ ਲਾ ਲਿਓ ਜੀ ਆਪਣੇ ਬੀਬਾ ਗਰੋਵਰ ਜੀ। ਹਾਂਜੀ। ਇੰਨੀ ਕ ਹਾਜ਼ਰੀ ਲਾ ਲਿਓ ਅੱਜ। ਹਾਂਜੀ ਜਰੂਰ ਜੀ ਜਰੂਰ ਜੀ ਭੋਗਲ ਸਾਹਿਬ, ਤੁਹਾਡੀ ਹਾਜ਼ਰੀ ਹਮੇਸ਼ਾ ਲੱਗਦੀ ਰਹਿੰਦੀ ਹੈ। ਬੋਲੋਗੇ ਅੱਜ ਕੁਝ ਲਿਖ ਕੇ ਲਿਆਏ ਹੋਗੇ ਤਾਂ ਅਸੀਂ ਚੁੱਪ ਹੋ ਗਏ। ਨਹੀਂ ਲਿਖਿਆ ਤਾਂ ਹੁੰਦਾ ਹੈ ਆਪਣੇ ਬੀਬਾ ਗਰੋਵਰ ਜੀ ਲਿਖਣ ਮੇਰੀ ਹੌਬੀ ਕਹਿ ਲਓ, ਸ਼ੌਕ ਕਹਿ ਲਓ, ਗੁਰੂ ਨਾਨਕ ਪਾਤਸ਼ਾਹ ਦੇ ਸਿਰ ਤੇ ਹੱਥ ਕਹਿ ਲਓ। ਮੈਂ ਤੁਹਾਨੂੰ ਇੱਕ ਸ਼ੇਰ ਸੁਣਾ ਦਿੰਦਾ, ਉਹ ਇਹ ਆ ਵੀ ਜਿਹੜੇ ਇਹ ਭਾਈ ਸੁਥਰੇ ਨਾਲ ਢੁਕਦਾ, ਉਹ ਵੀ ਜਿਹੜੇ ਸ਼ੇਰ ਹੁੰਦੇ ਨੇ ਉਹ ਗੱਜਦੇ ਨੇ, ਪਰ ਜਿਹੜੇ ਗਿੱਦੜ ਹੁੰਦੇ ਨੇ ਉਹ ਗੱਜਦੇ ਨਹੀਂ ਤੇ ਉਹ ਰੌਲਾ ਜ਼ਿਆਦਾ ਪਾਉਂਦੇ ਨੇ। ਬਿਲਕੁਲ ਜੀ। ਜਿੱਦਾਂ ਇਹਨਾਂ ਨੇ ਸ਼ਿਕਾਇਤ ਕਰਨ ਵਾਲਿਆਂ ਨੇ ਰੌਲਾ ਜ਼ਿਆਦਾ ਪਾਇਆ, ਪਰ ਸ਼ੇਰ ਸੀਗਾ ਸੁਥਰਾ, ਭਾਈ ਸੁਥਰਾ, ਤੇ ਇਹ ਬਾਕੀ ਗਿੱਦੜ ਸੀ ਸਾਰੇ। ਲਓ ਇਹ ਤੇ ਸ਼ੇਰ ਇੱਕ ਪੜ੍ਹ ਦਿੰਨਾ ਵੀ ਜਿਹੜੇ ਆਪ ਹੀ ਭੁੱਖੇ ਨੰਗੇ ਹੋਵਣ, ਜਰਾ ਗੌਰ ਫਰਮਾਉਣਾ ਇੱਕ ਇੱਕ ਸ਼ਬਦ ਤੇ। ਬਿਲਕੁਲ ਜੀ। ਜਿਹੜੇ ਆਪ ਹੀ ਭੁੱਖੇ ਨੰਗੇ ਹੋਵਣ, ਉਹਨਾਂ ਨੰਗ ਕਿਸੇ ਦਾ ਕੱਜਣਾ ਕੀ, ਸਬਰ ਸੰਤੋਖ ਤੋਂ ਸਖਣੇ ਜਿਹੜੇ ਉਹਨਾਂ ਲੱਖਾਂ ਪਾ ਕੇ ਰੱਜਣਾ ਕੀ। ਜਿਹੜੇ ਆਪ ਹੀ ਭੁੱਖੇ ਨੰਗੇ ਹੋਵਣ, ਉਹਨਾਂ ਨੰਗ ਕਿਸੇ ਦਾ ਕੱਜਣਾ ਕੀ, ਸਬਰ ਸੰਤੋਖ ਤੋਂ ਸਖਣੇ ਜਿਹੜੇ ਉਹਨਾਂ ਲੱਖਾਂ ਪਾ ਕੇ ਰੱਜਣਾ ਕੀ। ਉਹ ਜੂਝਣ ਨਾਲ ਜਿਨ੍ਹਾਂ ਦਾ ਇਸ਼ਕ ਹੁੰਦਾ, ਜਿਵੇਂ ਭਾਈ ਸੁਥਰਾ। ਬਿਲਕੁਲ ਜੀ। ਜੂਝਣ ਨਾਲ ਜਿਨ੍ਹਾਂ ਦਾ ਇਸ਼ਕ ਹੁੰਦਾ, ਮੈਦਾਨੇ ਜੰਗ 'ਚ ਉਹਨਾਂ ਭੱਜਣਾ ਕੀ। ਉਹ ਖਲ ਸ਼ੇਰ ਦੀ ਜਿਨ੍ਹਾਂ ਪਾਈ ਭੋਗਲ, ਉਹਨਾਂ ਸ਼ੇਰ ਹਾਈ ਭਲਾ ਗੱਜਣਾ ਕੀ। ਉਹ ਖਲ ਸ਼ੇਰ ਦੀ ਜਿਨ੍ਹਾਂ ਪਾਈ ਭੋਗਲ, ਉਹਨਾਂ ਸ਼ੇਰ ਹਾਈ ਭਲਾ ਗੱਜਣਾ ਕੀ। ਉਹ ਜਿਹੜੇ ਸ਼ਿਕਾਇਤ ਕਰਨ ਵਾਲੇ ਸੀ ਉਹ ਤਾਂ ਉਹਨੇ ਤਾਂ ਖਲ ਪਾਈ ਸੀ ਸ਼ੇਰ ਦੀ, ਸ਼ੇਰ ਤੇ ਭਾਈ ਸੁਥਰਾ ਸੀ। ਬਿਲਕੁਲ ਜੀ ਬਿਲਕੁਲ ਜੀ। ਬਹੁਤ ਗਰੋਵਰ ਜੀ ਬੱਚੇ ਹੁਣ ਠੀਕ ਆ, ਖੁਸ਼ ਹੋ ਗਏ? ਹਾਂਜੀ ਬਿਲਕੁਲ ਜੀ, ਹੁਣ ਲੱਗਦਾ ਹੁਣ ਕੰਪਲੀਟ ਹੋ ਗਈ ਕਾਲ। ਹਾਂਜੀ। ਸ਼ੇਰ ਦੇ ਵਿੱਚ ਵੀ ਗੁਰੂ ਨਾਨਕ ਪਾਤਸ਼ਾਹ ਦਾ ਆਦੇਸ਼ ਸੰਦੇਸ਼ ਉਪਦੇਸ਼ ਹੀ ਹੁੰਦਾ ਤਕਰੀਬਨ, ਤੇ ਜੇ ਸ਼ੈਲੀ ਸ਼ਬਦਾਵਲੀ ਜ਼ਰੂਰ ਮੇਰੀ ਹੁੰਦੀ ਹੈ, ਪਰ ਇਹਦੇ ਵਿੱਚ ਜਿਹੜਾ ਉਪਦੇਸ਼ ਹੁੰਦਾ ਉਹ ਸਾਡੇ ਗੁਰੂ ਨਾਨਕ ਪਾਤਸ਼ਾਹ ਦਾ ਹੁੰਦਾ, ਸੱਚੇ ਪਾਤਸ਼ਾਹ ਦਾ। ਜੀ ਬਿਲਕੁਲ ਜੀ। ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ। ਤੇ ਰੰਧਾਵਾ ਸਾਹਿਬ ਨੂੰ ਵੀ ਸਤਿ ਸ਼੍ਰੀ ਅਕਾਲ ਬੁਲਾਇਓ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕਿ ਨਾਮਧਾਰੀ ਸਮਾਜ, ਨਾਮਧਾਰੀ ਲੋਕ, ਨਾਮਧਾਰੀ ਲਹਿਰ ਕਿਵੇਂ ਚੱਲੀ, ਜਾਂ ਉਹਨਾਂ ਦੇ ਜੀਵਨ ਬਿਰਤਾਂਤ ਜਾਂ ਉਹਨਾਂ ਦੇ ਇਤਿਹਾਸ ਦੀ ਛੋਟੀ ਜਿਹੀ ਝਲਕ ਅਸੀਂ ਦਰਸ਼ਕਾਂ ਦੇ ਨਾਲ ਜਿਹੜੀ ਆ ਸਾਂਝੀ ਕਰ ਰਹੇ ਸੀ। ਤੇ ਅਸੀਂ ਗੱਲ ਕਰ ਰਹੇ ਸੀਗੇ ਕਿ ਬਾਬਾ ਰਾਮ ਜੀ ਹੁਣਾਂ ਨੇ ਆਪਣੇ ਅਨੁਯਾਈਆਂ ਨੂੰ ਵਿੱਚੋਂ ਜਿਹੜੀ ਆ ਸੰਤੋਖ ਦੀ ਭਾਵਨਾ ਜਿਹੜੀ ਆ ਉਹ ਪੈਦਾ ਕੀਤੀ, ਭਟਕਣਾ ਖਤਮ ਕੀਤੀ, ਭਾਰਤੀ ਰੀਤੀ ਰਿਵਾਜ, ਅੰਧ ਵਿਸ਼ਵਾਸਾਂ, ਮੜੀਆਂ ਮਸਾਣਾਂ ਦੀ ਪੂਜਾ ਨੂੰ ਖਤਮ ਕੀਤਾ, ਵਿਆਹ ਪ੍ਰਥਾ ਨੂੰ ਸਰਲ ਤੇ ਗੁਰਮਤ ਅਨੁਸਾਰ ਬਣਾਉਣ ਦਾ, ਦਾਜ ਪ੍ਰਥਾ ਦਾ ਖਾਤਮਾ ਕੀਤਾ, ਬ੍ਰਾਹਮਣ ਦੇ ਕਰਮਕਾਂਡ, ਵਿਆਹਾਂ ਨਾਲ ਜੁੜੇ ਹੋਏ ਜਿਹੜੇ ਸੀਗੇ ਉਹਨਾਂ ਨੂੰ ਵੀ ਜਿਹੜਾ ਖਤਮ ਕੀਤਾ, ਜਿਨ੍ਹਾਂ ਨਾਲ ਦੋਨੇ ਧਿਰਾਂ ਦਾ ਬਹੁਤ ਜਿਹੜਾ ਪੈਸਾ ਖਰਚ ਹੋ ਜਾਂਦਾ ਸੀ। ਰੂਜੀ ਮੈਂ ਤੁਹਾਨੂੰ ਦੱਸ ਦੇਵਾਂ ਕਿ ਨਾਮਧਾਰੀ ਜਦੋਂ ਇੱਕ ਪਰੰਪਰਾ ਚੱਲੀ ਸੀਗੀ ਸ਼ਾਦੀ ਦੀ, ਤਾਂ ਉਦੋਂ 1.25 ਰੁਪਏ ਦੇ ਵਿੱਚ ਜਿਹੜਾ ਆ ਉਹ ਵਿਆਹ ਹੋ ਜਾਂਦਾ ਸੀ। ਪਰ ਅੱਜ ਦੀ ਜੇ ਅਸੀਂ ਗੱਲ ਕਰੀਏ ਇਸ ਟੈਕਨੋਲੋਜੀ ਦੇ ਯੁੱਗ ਦੇ ਵਿੱਚ, ਅਸੀਂ ਜਿਹੜਾ ਆ ਲੱਚਰਤਾ ਨੂੰ ਪਹਿਲ ਦੇ ਕੇ, ਹਾਰ ਸ਼ਿੰਗਾਰ ਨੂੰ ਅੱਗੇ ਰੱਖਿਆ ਹੋਇਆ, ਗੁਰੂ ਦੀ ਗੱਲ ਨੂੰ ਪਿੱਛੇ ਰੱਖ ਕੇ ਅਸੀਂ ਇੱਕ ਤਾਂ ਜਿਹੜਾ ਆ ਬੇਲੋੜੇ ਜਿਹੜੇ ਪਦਾਰਥ ਉਹ ਅਸੀਂ ਉੱਥੇ ਵਿਆਹਾਂ 'ਚ ਵਰਤਦੇ ਹਾਂ, ਚਾਹੇ ਉਹ ਭੋਜਨਾਂ ਦੀ ਗੱਲ ਕਰੀਏ, ਚਾਹੇ ਉਹ ਅਸੀਂ ਨੱਚਣ ਗਾਉਣ ਦੀਆਂ ਗੱਲਾਂ ਕਰੀਏ, ਤੇ ਚਾਹੇ ਅਸੀਂ ਉਹ ਕੁਝ ਇੱਦਾਂ ਦੇ ਕਰਮ ਕਾਂਡ ਜੋ ਸਾਡੇ ਵਿਆਹ ਸ਼ਾਦੀ ਦੇ ਪਰੰਪਰਾਵਾਂ ਨਾਲ ਜਿਹੜਾ ਆ ਮੇਲ ਜੋਲ ਹੀ ਨਹੀਂ ਖਾਂਦੇ ਜੀ। ਤੇ ਇਸੇ ਕਰਕੇ ਜਿਹੜਾ ਆ ਇਹਨਾਂ ਦਾ ਜਿਹੜਾ ਆ ਪਹਿਲਾਂ ਕਾਫੀ ਬੋਲਬਾਲਾ ਸੀਗਾ, ਤੇ ਇੰਨੇ ਘੱਟ ਖਰਚੇ ਦੇ ਵਿੱਚ ਜਿਹੜੀ ਆ ਸ਼ਾਦੀ ਹੋ ਜਾਂਦੀ ਸੀ। ਪਰ ਸਾਨੂੰ ਅੱਜ ਵੀ ਸਮਝਣਾ ਚਾਹੀਦਾ, ਦਾਜ ਦਹੇਜ ਵਰਗੀਆਂ ਜਿਹੜੀਆਂ ਪਰੰਪਰਾਵਾਂ ਨੂੰ ਵੀ ਖਤਮ ਕਰਨਾ ਚਾਹੀਦਾ, ਜਿਹੜਾ ਆ ਜ਼ਿਆਦਾ ਖਰਚਾ ਕਰਨ ਤੋਂ ਵੀ ਪਰਹੇਜ਼ ਕਰਨਾ ਚਾਹੀਦਾ, ਸਾਦਾ ਭੋਜਨ ਵਰਤਣਾ ਚਾਹੀਦਾ, ਤਾਂ ਕਿ ਜਿਹੜਾ ਸਾਡੇ
ਤੇ ਉੱਤੇ ਜਿਹੜਾ ਇਸ ਦਾ ਵਜਨ ਘੱਟ ਪਵੇ। ਦੂਸਰੀ ਗੱਲ, ਜਿਹੜਾ ਸਾਡੇ ਦੇਸ਼ ਵਿੱਚੋਂ ਜਿਹੜਾ ਅੰਨ ਦਾ ਜਲਦੀ ਹੀ ਖਾਤਮਾ ਹੋ ਸਕਦਾ ਹੈ ਇਸ ਤਰੀਕਿਆਂ ਦੇ ਨਾਲ, ਜੇ ਅਸੀਂ ਅੰਨ ਨੂੰ ਇਸੇ ਤਰ੍ਹਾਂ ਬਰਬਾਦੀ ਕਰੀਏ। ਉੱਥੇ ਲੋਕ ਰੂਹੀ ਜੀ ਖਾਂਦੇ ਘੱਟ ਨੇ ਪਰ ਵੇਸਟ ਜ਼ਿਆਦਾ ਹੁੰਦਾ ਆ, ਇਸ ਕਰਕੇ ਸਾਨੂੰ ਇਹਨਾਂ ਗੱਲਾਂ ਬਾਰੇ ਜਿਹੜਾ ਆ ਧਿਆਨ ਦੇਣਾ ਚਾਹੀਦਾ ਹੈ। ਪਰ ਬ੍ਰਾਹਮਣਾਂ ਦੀਆਂ ਜੇਬਾਂ ਭਰੀਆਂ ਜਾਂਦੀਆਂ ਸਨ, ਕਿਉਂਕਿ ਜਿੱਥੇ ਤੁਹਾਡੇ ਫਜ਼ੂਲ ਖਰਚੀ ਹੋਏਗੀ ਉੱਥੇ ਦੂਜਿਆਂ ਨੂੰ ਫਾਇਦਾ ਜ਼ਰੂਰ ਹੋਏਗਾ। ਤੇ ਨਤੀਜੇ ਵਜੋਂ ਧੀਆਂ ਦੀ ਵੀ ਕਦਰ ਜਿਹੜੀ ਆ ਹੋਣ ਲੱਗੀ। ਜਿੱਥੇ ਲੋਕ ਧੀ ਨੂੰ ਬੋਝ ਸਮਝਦੇ ਸੀ, ਜੰਮਦੇ ਹੀ ਮਾਰ ਦਿੰਦੇ ਸੀ, ਕੂੜੇ ਦੇ ਢੇਰ ਤੇ ਸੁੱਟ ਦਿੰਦੇ ਸੀ, ਟੋਇਆਂ 'ਚ ਦੱਬ ਦਿੰਦੇ ਸੀ, ਭਰੂਣ ਹੱਤਿਆ ਕਰ ਦਿੰਦੇ ਸੀ, ਇਸ ਪ੍ਰਚਲਿਤ ਜਿਹੜੀ ਕੁਰੀਤੀ ਨੂੰ ਜਿਹੜੀ ਆ ਠੱਲ ਪੈ ਗਈ ਸੀ। ਵਿਧਵਾ ਵਿਆਹ ਦੀ ਫਿਰ ਤੋਂ ਸ਼ੁਰੂਆਤ ਹੋਈ। ਮਾਸ, ਸ਼ਰਾਬ, ਮੀਟ, ਆਂਡਾ, ਬਹੁਤ ਸਾਰੀਆਂ ਕੁਰੀਤੀਆਂ ਦਾ ਜਿਹੜਾ ਆ ਵਿਰੋਧ ਕੀਤਾ ਗਿਆ। ਜੀ, ਇਹਨਾਂ ਦਾ ਧਰਮ ਪ੍ਰਚਾਰ ਕਰਨ ਦਾ ਢੰਗ ਬਹੁਤ ਸੁਚੱਜਾ ਤੇ ਅਸਰਦਾਰ ਸੀ। 1857 ਦੇ ਗਦਰ ਤੋਂ ਬਾਅਦ ਅੰਗਰੇਜ਼ ਵੀ ਇਹਨਾਂ ਪ੍ਰਚਾਰਾਂ ਤੋਂ ਥੋੜੇ ਸੁਚੇਤ ਹੋ ਗਏ। ਅੰਗਰੇਜ਼ੀ ਸਰਕਾਰ ਨੇ 4 ਸਾਲਾਂ ਲਈ 1863 ਤੋਂ 1867 ਤੱਕ ਆਪ ਜੀ ਦੀ ਧੀਆਂ ਗਤੀਵਿਧੀਆਂ ਨੂੰ ਭੈਣੀ ਤੱਕ ਸੀਮਿਤ ਕਰ ਦਿੱਤਾ। ਇਹਨਾਂ 4 ਸਾਲਾਂ ਦੀ ਤਸ਼ੱਦਦ ਤੇ ਮਲੇਰਕੋਟਲਾ ਤੇ ਹੋਰ ਥਾਵਾਂ ਤੇ ਹੋਏ ਸਾਕਿਆਂ ਨੇ ਸਿੱਖੀ ਵਿੱਚ ਦੇਸ਼ ਭਗਤੀ ਦੀ ਚਿਣਕ ਜਗਾ ਦਿੱਤੀ। ਉਹਨਾਂ ਵੇਖਿਆ ਕਿ ਦੇਸ਼ ਦੀ ਉન્નਤੀ ਲਈ ਗੁਲਾਮੀ ਦੀਆਂ ਬੇੜੀਆਂ ਨੂੰ ਕੱਟਣਾ ਸਭ ਤੋਂ ਜ਼ਰੂਰੀ ਹੈ, ਤਾਂ ਉਹਨਾਂ ਨੇ ਵਿਦੇਸ਼ੀ ਰਾਜ ਵਿਰੁੱਧ ਇਨਕਲਾਬ ਦੀ ਤਿਆਰੀ ਕਰ ਲਈ ਤੇ ਨਾ ਮਿਲਵਰਤਨ ਦਾ ਅੰਦੋਲਨ ਚਲਾਇਆ, ਜਿਸ ਤੇ 5 ਅਹਿਮ ਮੁੱਦੇ ਸਨ। ਕੀ ਸਨ? ਬਿਲਕੁਲ ਜੀ, ਅਦਾਲਤਾਂ ਦਾ ਬਾਈਕਾਟ ਕਰਨਾ, ਆਪਣੀਆਂ ਪੰਚਾਇਤਾਂ ਦੀ ਕਾਇਮੀ ਕਰਨੀ, ਸਰਕਾਰੀ ਤਾਲੀਮ ਦਾ ਬਾਈਕਾਟ ਕਰਨਾ, ਜਿਹੜਾ ਵਿਦੇਸ਼ੀ ਸਰਕਾਰ ਦੇ ਪੂਰੇ ਬਾਈਕਾਟ, ਰੇਲ, ਤਾਰ ਤੇ ਡਾਕ ਤੇ ਬਾਈਕਾਟ ਤੇ ਜਿਹੜੀ ਆ ਪੁਰਜ਼ੋਰ ਪਾਬੰਦੀ ਤੇ ਇਸ ਤਰ੍ਹਾਂ ਦਾ ਜਿਹੜਾ ਆ ਉਹ ਪ੍ਰਚਾਰ ਲਗਾਤਾਰ ਕੀਤਾ ਜਾਣ ਲੱਗਿਆ। ਜੀ, ਗਊ ਹੱਤਿਆ ਨੂੰ ਰੋਕਣ ਲਈ ਨਾਮਧਾਰੀਆਂ ਨੇ ਬੁਚੜਾਂ ਤੇ ਬੁਚੜਖਾਨਿਆਂ ਉੱਤੇ ਹਮਲੇ ਤੇ ਹੋਰ ਝਗੜੇ ਫਸਾਦਾਂ ਕਾਰਨ ਹਾਕਮਾਂ ਨੂੰ ਸਾਰੀ ਲਹਿਰ ਨੂੰ ਕੁਚਲਣ ਦਾ ਚੰਗਾ ਮੌਕਾ ਮਿਲ ਗਿਆ। ਬਹੁਤ ਸਾਰੇ ਨਾਮਧਾਰੀਆਂ ਨੂੰ ਪਕੜ ਕੇ ਜੇਲ੍ਹਾਂ ਵਿੱਚ ਪਾ ਦਿੱਤਾ। ਮਲੇਰਕੋਟਲਾ ਵਿਖੇ 66 ਕੂਕਿਆਂ ਨੂੰ ਤੋਪਾਂ ਨਾਲ ਸ਼ਹੀਦ ਕਰ ਦਿੱਤਾ ਗਿਆ। ਅੰਮ੍ਰਿਤਸਰ, ਰਾਏਕੋਟ ਤੇ ਲੁਧਿਆਣਾ ਵਿਖੇ ਵੀ ਕਈ ਕੂਕਿਆਂ ਨੂੰ ਫਾਂਸੀ ਦਿੱਤੀ ਗਈ, ਪਰ ਸਭ ਕੂਕੇ ਆਪਣੀ ਕੌਮ ਤੋਂ ਜਾਨ ਵਾਰਨ ਲਈ ਹੱਸ-ਹੱਸ ਕੇ ਸ਼ਹੀਦ ਹੋਏ। ਬਾਬਾ ਰਾਮ ਸਿੰਘ ਨੂੰ 18 ਜਨਵਰੀ 1872 ਨੂੰ ਕੈਦ ਕਰਕੇ ਰੰਗੂਨ ਭੇਜ ਦਿੱਤਾ ਗਿਆ। ਉੱਥੋਂ ਮਰਗੋਈ ਟਾਪੂ ਵਿੱਚ 29 ਨਵੰਬਰ 1885 ਵਿੱਚ ਉਹਨਾਂ ਦਾ ਦੇਹਾਂਤ ਹੋ ਗਿਆ। ਉਸ ਤੋਂ ਉਪਰੰਤ ਉਹਨਾਂ ਦੇ ਛੋਟੇ ਭਰਾ ਬੁੱਧ ਸਿੰਘ ਇਸ ਲਹਿਰ ਦੇ ਆਗੂ ਬਣੇ ਤੇ ਇਸ ਤੋਂ ਬਾਅਦ ਅੰਗਰੇਜ਼ ਸਰਕਾਰ ਨੇ ਨਿਰੰਕਾਰੀਆਂ ਦੇ ਹਰ ਤਰ੍ਹਾਂ ਦੇ ਨਾਲ ਜਿਹੜੀ ਆ ਪਾਬੰਦੀ ਲਗਾ ਦਿੱਤੀ। ਪਿੰਡ ਭੈਣੀ ਵਿੱਚ ਪੁਲਿਸ ਚੌਕੀ ਬਿਠਾ ਦਿੱਤੀ। 51 ਸਾਲ ਬਾਅਦ ਸਨ 1923 ਵਿੱਚ ਹਟਾਈ। ਪਰ ਬੁੱਧ ਸਿੰਘ ਨੇ ਆਪਣਾ ਮਿਸ਼ਨ ਸੁਚੱਜੇ ਢੰਗ ਨਾਲ ਜਿਹੜਾ ਜਾਰੀ ਰੱਖਿਆ। ਬਾਬਾ ਬੁੱਧ ਸਿੰਘ ਤੋਂ ਬਾਅਦ 16 ਦੀ ਉਮਰ ਵਿੱਚ ਬਾਬਾ ਪ੍ਰਤਾਪ ਸਿੰਘ ਨਿਰੰਕਾਰੀਆ ਦੀ ਵਾਰਿਸ ਬਣਿਆ, ਜਿਸ ਨੇ ਬੜੇ ਸੁਚੱਜੇ ਤਰੀਕੇ ਦੇ ਨਾਲ ਆਪਣੀ ਪ੍ਰਭੂ ਭਗਤੀ ਨੂੰ ਦੇਸ਼ ਭਗਤੀ ਨਾਲ ਜੋੜੇ ਰੱਖਿਆ ਅਤੇ ਧਰਮ ਨਿਰਪੱਖ ਸਿਆਸੀ ਪਾਰਟੀ ਕਾਂਗਰਸ ਨੂੰ ਸਮਰਥਨ ਦਿੱਤਾ, ਕਿਉਂਕਿ ਉਹਨਾਂ ਨੇ ਕੁਝ ਅਸੂਲ ਇਹਨਾਂ ਦੀ ਲਹਿਰ ਨਾਲ ਮੇਲ ਖਾਂਦੇ ਸੀ, ਜਿਵੇਂ ਨਾ ਮਿਲਵਰਤਨ ਤੇ ਸਵਦੇਸ਼ੀ ਵਸਤੂਆਂ ਦੀ ਵਰਤੋਂ, ਜੋ ਇਹ ਪਹਿਲੇ ਆਪਣੇ ਮਿਸ਼ਨ ਵਿੱਚ ਸ਼ਾਮਲ ਕਰ ਚੁੱਕੇ ਸੀ। ਇਹਨਾਂ ਤੋਂ ਬਾਅਦ ਬਾਬਾ ਜਗਜੀਤ ਸਿੰਘ ਨਿਰੰਕਾਰੀ ਮਿਸ਼ਨ ਦਾ ਸੰਚਾਲਕ ਬਣੇ। ਇਹਨਾਂ ਨੇ ਆਪਣੇ ਗੱਦੀ ਕਾਲ ਵਿੱਚ ਨਾਮਧਾਰੀ ਸੰਪਰਦਾਇ ਵਿੱਚ ਕਈ ਤਰ੍ਹਾਂ ਦੀਆਂ ਨਵੀਆਂ ਪਿਰਤਾਂ ਵੀ ਪਾਈਆਂ। ਸਕੂਲ ਤੇ ਕਾਲਜ ਖੋਲ੍ਹੇ। ਨਾਮਧਾਰੀ ਇਤਿਹਾਸਕ ਖੋਜ ਲਈ ਬਨਾਰਸ ਵਿੱਚ ਵਿਸ਼ਵ ਵਿਦਿਆਲੇ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਖੋਲ੍ਹੀ। ਸਤਿਗੁਰੂ ਰਾਮ ਸਿੰਘ ਦੇ ਨਾਂ ਦੀਆਂ ਚਿਹਰਾਂ ਸਥਾਪਿਤ ਕੀਤੀਆਂ। ਖੇਡਾਂ ਵਿੱਚ ਵਿਕਾਸ ਹੋਇਆ, ਖੇਤੀਬਾੜੀ ਵਿੱਚ ਵਿਕਾਸ ਹੋਇਆ, ਜਿਸ ਲਈ ਨਾਮਧਾਰੀ ਸੀਡ ਫਾਰਮ ਦੀ ਸਥਾਪਨਾ ਕੀਤੀ ਗਈ। ਭੈਣੀ ਸਾਹਿਬ ਤੇ ਜੀਵਨ ਨਗਰ ਵਿੱਚ ਬੁੱਢਿਆਂ ਨੂੰ ਆਸਰਾ ਦੇਣ ਲਈ ਬਿਰਧ ਆਸ਼ਰਮ ਖੋਲ੍ਹਿਆ ਗਿਆ। ਅਪੋਲੋ ਦੇ ਸਹਿਯੋਗ ਨਾਲ ਲੁਧਿਆਣਾ ਵਿੱਚ ਇੱਕ ਬਹੁਤ ਵੱਡਾ ਹਸਪਤਾਲ ਖੋਲ੍ਹਿਆ। ਸਾਹਿਤਕਾਰ ਨੂੰ ਉੱਤਮ ਸਾਹਿਤ ਦੀ ਸਿਰਜਣਾ ਕਰਨ ਲਈ ਉਤਸ਼ਾਹਿਤ ਕੀਤਾ। ਭੈਣੀ ਸਾਹਿਬ ਵਿੱਚ ਜਪ ਦਾ ਸਿਮਰਨ ਤੇ ਚੰਡੀ ਦੀ ਵਾਰ ਦਾ ਪਾਠ ਹੋਣ ਨਾਲ ਇੱਕ ਖਾਸ ਕਿਸਮ ਦਾ ਅਧਿਆਤਮਕ ਵਾਤਾਵਰਣ ਸਿਰਜਿਆ। ਬਾਬਾ ਜਗਜੀਤ ਸਿੰਘ ਇਸ ਲਹਿਰ ਨੂੰ ਪੱਕੇ ਪੈਰੀ ਖੜਾ ਕਰ ਦਿੱਤਾ। ਕੁਝ ਇਸ ਤਰ੍ਹਾਂ ਦਾ ਜਿਹੜਾ ਆ ਉਹ ਇਤਿਹਾਸ ਸੀਗਾ ਨਾਮਧਾਰੀ ਲਹਿਰ ਦਾ, ਤੇ ਉਹਨਾਂ ਦਾ ਵੀ ਯੋਗਦਾਨ ਇਸ ਦੇਸ਼ ਦੀ ਜਿਹੜੀ ਆ ਸ਼ਹਾਦਤਾਂ ਦੇ ਵਿੱਚ ਗਿਣਿਆ ਜਾਂਦਾ ਆ। ਸਿੱਖ ਕੌਮ ਨੂੰ ਲੈ ਕੇ, ਚਾਹੇ ਹਿੰਦੂ ਕੌਮ ਹੋਵੇ, ਮੁਸਲਮਾਨ ਕੌਮ ਹੋਵੇ, ਦੇਸ਼ ਦੀ ਆਜ਼ਾਦੀ ਦੇ ਜਿਹੜੇ ਗੁਲਾਟੀਏ ਸੀਗੇ ਜਾਂ ਦੇਸ਼ ਦੀ ਆਜ਼ਾਦੀ ਦੇ ਵਿੱਚ ਅਹਿਮ ਹਿੱਸਾ ਪਾਉਣ ਵਾਲੇ ਸੀਗੇ। ਅਸੀਂ ਇਹ ਨਹੀਂ ਕਹਿੰਦੇ ਕਿ ਸਿੱਖ ਕੌਮ ਨੇ ਸਾਰੀ ਜਿਹੜੀ ਆ ਪੱਗ ਸਿੱਖ ਕੌਮ ਦੇ ਸਿਰ ਤੇ ਹੀ ਮੜੀ ਜਾਵੇ, ਤਾਂ ਅਸੀਂ ਵੀ ਫਿਰ ਕਿਤੇ ਨਾ ਕਿਤੇ ਆਪਣਾ ਗੁੱਡਾ ਆਪ ਉੱਚਾ ਕਰਨ ਵਾਲੇ ਹੋ ਜਾਵਾਂਗੇ। ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਕਿ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਉਹਨਾਂ ਸਾਰੇ ਹੀ ਸ਼ਹੀਦਾਂ ਨੂੰ ਜਿਹੜਾ ਆ ਦਿਲੋਂ ਅਸੀਂ ਨਮਨ ਕਰਦੇ ਹਾਂ, ਤੇ ਅਸੀਂ ਉਹਨਾਂ ਦੀ ਸ਼ਹਾਦਤ ਨੂੰ ਹਮੇਸ਼ਾ ਯਾਦ ਰੱਖਾਂਗੇ, ਚਾਹੇ ਉਹ ਕਿਸੇ ਵੀ ਕੌਮ ਜਾਂ ਫਿਰਕੇ ਦੇ ਵਿੱਚੋਂ ਹੋਣ। ਤੇ ਉਹਨਾਂ ਦੀ ਆਜ਼ਾਦੀ, ਦੇਸ਼ ਦੀ ਆਜ਼ਾਦੀ ਦਾ ਅੱਜ ਅਸੀਂ ਨਿੱਘਾ ਜਿਹੜਾ ਆ ਆਨੰਦ ਮਾਣਦੇ ਹਾਂ। ਹੋ ਸਕਦਾ ਆ ਕਿ ਅੱਜ ਦੀਆਂ ਸਰਕਾਰਾਂ ਸਾਡੇ ਲਈ ਜਿਹੜੀਆਂ ਨੇ ਉਹ ਸਿਹਤਮੰਦ ਨਹੀਂ ਆ, ਸਾਡੇ ਜਨਤਾ ਦੇ ਲਈ ਜਿਹੜਾ ਆ ਉਹ ਨਹੀਂ ਜਿਹੜੀਆਂ
ਜ਼ਰੂਰੀ ਗੱਲਾਂ ਅਪਲਾਈ ਕਰ ਸਕੀਆਂ ਜਾਂ ਉਹਨਾਂ ਨੇ ਜਿਹੜਾ ਆ ਬਰਾਬਰਤਾ ਦਾ ਹਿੱਸਾ ਸਾਨੂੰ ਨਹੀਂ ਸਮਝ ਕੇ ਦਿੱਤਾ ਜਾਂ ਨਹੀਂ ਸਮਝਿਆ, ਇਹ ਉਹਨਾਂ ਦੀ ਜਿਹੜੀ ਆ ਉਹ ਕਮੀ ਹੋਏਗੀ। ਪਰ ਜਦੋਂ ਦੇਸ਼ ਦੀ ਆਜ਼ਾਦੀ ਕਰਵਾਉਣ ਲਈ ਜਿਹੜਾ ਆ ਗੁਲਾਟੀ ਸੀਗੇ ਜਾਂ ਇਹ ਕਹਿ ਸਕਦੇ ਹਾਂ ਕਿ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਜਿਨ੍ਹਾਂ ਨੇ ਆਪਣੇ ਆਪ ਨੂੰ ਤਿਆਰ ਕੀਤਾ ਸੀਗਾ, ਉਹਨਾਂ ਨੇ ਕਦੀ ਵੀ ਜਿਹੜਾ ਆ ਕਿਸੇ 'ਚ ਫਰਕ ਸਮਝ ਕੇ ਕੌਮ ਜਾਂ ਫਿਰਕੇ ਦੇ ਸਮਝ ਕੇ ਜਿਹੜੀ ਆ ਉਹ ਸ਼ਹਾਦਤਾਂ ਨਹੀਂ ਦਿੱਤੀਆਂ ਜੀ। ਤੇ ਹੁਣ ਆਪਾਂ ਆਪਣੇ ਨੈਕਸਟ ਸੈਗਮੈਂਟ ਵੱਲ ਵਧਦੇ ਹਾਂ ਜੋ ਹੈ ਅਖਬਾਰ ਹਾਜ਼ਰ ਹੈ। ਤੇ ਸਭ ਤੋਂ ਪਹਿਲਾਂ ਹੈਡਲਾਈਨਸ ਕੀ ਕਹਿ ਰਹੀਆਂ ਨੇ ਅੱਜ ਦੀਆਂ ਉਹ ਦੇਖਦੇ ਹਾਂ ਜੀ। ਬਿਲਕੁਲ ਜੀ। ਪਹਿਲੀ ਹੈਡਲਾਈਨ ਹੈ, ਚੋਣ ਨਤੀਜਿਆਂ ਦੌਰਾਨ ਜੇਲ੍ਹ ਵਿੱਚ ਹੀ ਰਹਿਣਗੇ ਅਕਾਲੀ ਦਲ ਦੇ ਉਮੀਦਵਾਰ ਮਜੀਠੀਆ, ਨਿਆਇਕ ਹਿਰਾਸਤ ਵਿੱਚ ਵਾਧਾ ਜੀ। ਬਿਲਕੁਲ ਜੀ। ਅਗਲੀ ਖਬਰ ਸਾਹਮਣੇ ਆ ਰਹੀ ਹੈ ਕਿ ਭਾਜਪਾ ਨੂੰ 15-16, ਅਕਾਲੀ ਦਲ ਨੂੰ 35 ਤੋਂ 36, ਆਪ ਨੂੰ 30 ਤੋਂ 31 ਅਤੇ ਕਾਂਗਰਸ ਨੂੰ 24 ਤੋਂ 25 ਸੀਟਾਂ ਮਿਲਣਗੀਆਂ ਜਾਣੀ ਜੀ। ਭਗਵੰਤ ਮਾਨ ਨੇ ਸੂਬੇ ਵਿੱਚ 80 ਤੋਂ ਵੱਧ ਸੀਟਾਂ ਜਿੱਤਣ ਦਾ ਕੀਤਾ ਦਾਅਵਾ, ਕਿਹਾ ਆਪ 4 ਤੋਂ 5 ਦਹਾਕੇ ਰਾਜ ਕਰੇਗੀ। ਬਿਲਕੁਲ ਜੀ। ਅਗਲੀ ਖਬਰ ਜਿਹੜੀ ਸਾਹਮਣੇ ਆ ਰਹੀ ਹੈ, ਭਾਜਪਾ 10 ਤੋਂ 12 ਸੀਟਾਂ ਜਿੱਤੇਗੀ, ਅਕਾਲੀ ਦਲ ਨਾਲ ਗੱਠਜੋੜ ਕਰਕੇ ਸਰਕਾਰ ਬਣਾ ਸਕਦੇ ਆ, ਅਜਿਹਾ ਕਹਿਣਾ ਹੈ ਗਰੇਵਾਲ ਦਾ। ਪੰਜਾਬ ਸਮੇਤ 5 ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਕੱਲ ਐਲਾਨੇ ਜਾਣੇ ਹਨ। ਨਤੀਜੇ ਤੋਂ ਪਹਿਲਾਂ ਸੋਮਵਾਰ ਸ਼ਾਮ ਨੂੰ ਐਗਜ਼ਿਟ ਪੋਲ ਜਾਰੀ ਕਰ ਦਿੱਤੇ ਗਏ ਹਨ। ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਪਹਿਲਾਂ ਪੰਜਾਬ ਦੀਆਂ ਸਿਆਸੀ ਪਾਰਟੀਆਂ ਲੱਡੂਆਂ ਦਾ ਆਰਡਰ ਦੇ ਰਹੀਆਂ ਨੇ ਜੀ। ਬਿਲਕੁਲ ਜੀ। 6ਵੀਂ ਖਬਰ ਜਿਹੜੀ ਸਾਹਮਣੇ ਆ ਰਹੀ ਹੈ, ਨਵਜੋਤ ਸਿੰਘ ਸਿੱਧੂ ਦੇ ਬਿਆਨ ਤੇ ਇਤਰਾਜ਼ ਕਰਨ ਵਾਲੇ ਪੁਲਿਸ ਮੁਲਾਜ਼ਮ ਦਾ ਡੋਪ ਟੈਸਟ ਪੋਜ਼ਿਟਿਵ ਆਇਆ, ਔਰਤ ਨਾਲ ਉਸਨੇ ਕੁੱਟਮਾਰ ਕੀਤੀ ਸੀ ਜੀ। ਤੇ ਅਗਲੀ ਖਬਰ ਹੈ ਕਿ 2000 ਮੀਟ੍ਰਿਕ ਟਨ ਕਣਕ ਦੀ ਤੀਜੀ ਖੇਪ 40 ਟਰੱਕਾਂ ਵਿੱਚ ਅਫਗਾਨਿਸਤਾਨ ਲਈ ਕੀਤੀ ਰਵਾਨਾ। ਅਗਲੀ ਖਬਰ, ਬੱਕਰੀਆਂ ਚਾਰਨ ਵਾਲਾ ਆਜੜੀ ਜਿਹੜਾ ਆ ਉਹਦੇ ਕੋਲ ਸੀਐਮ ਚੰਨੀ ਨੇ ਰੁਕਵਾਈ ਗੱਡੀ, ਬੱਕਰੀਆਂ ਦਾ ਦੁੱਧ ਚੋ ਕੇ ਸੋਸ਼ਲ ਮੀਡੀਆ ਤੇ ਫੋਟੋ ਤੇ ਵਾਇਰਲ ਕੀਤੀ। ਜੀਐਸਟੀ ਦਰਾਂ ਵਧਾਉਣ ਦੀ ਥਾਂ ਪੈਟਰੋਲ ਡੀਜ਼ਲ ਨੂੰ ਜੀਐਸਟੀ ਦੇ ਦਾਇਰੇ 'ਚ ਲਿਆਵੇ ਮੋਦੀ ਸਰਕਾਰ, ਕਿਹਾ ਭਗਵੰਤ ਮਾਨ ਨੇ। ਪੰਜਾਬ ਸਮੇਤ 5 ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਕੱਲ ਐਲਾਨੇ ਜਾਣਗੇ। ਨਤੀਜੇ ਤੋਂ ਪਹਿਲਾਂ ਸੋਮਵਾਰ ਸ਼ਾਮ ਨੂੰ ਐਗਜ਼ਿਟ ਪੋਲ ਜਾਰੀ ਕਰ ਦਿੱਤੇ ਗਏ ਨੇ। ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਪਹਿਲਾਂ ਪੰਜਾਬ ਦੀਆਂ ਸਿਆਸੀ ਪਾਰਟੀਆਂ ਨੇ ਲੱਡੂਆਂ ਦੇ ਜਿਹੜੇ ਆ ਉਹ ਆਰਡਰ ਲਗਾਤਾਰ ਦੇ ਰਹੇ ਨੇ। ਕਾਫੀ ਹਾਸੇ ਵਾਲੀ ਜਿਹੜੀ ਆ ਇਹ ਖਬਰ ਆ ਰੂਹੀ ਜੀ ਸਾਹਮਣੇ ਆ ਰਹੀ ਹੈ ਕਿ ਨਹੀਂ ਜੀ? ਬਿਲਕੁਲ ਜੀ। ਤੇ 2 ਸਾਲ ਬਾਅਦ ਮੁੜ 27 ਮਾਰਚ ਤੋਂ ਸ਼ੁਰੂ ਹੋਣਗੀਆਂ ਅੰਤਰਰਾਸ਼ਟਰੀ ਉਡਾਨਾਂ, ਸਿਹਤ ਮੰਤਰਾਲੇ ਦੇ ਦਿਸ਼ਾ ਨਿਰਦੇਸ਼ਾਂ ਦੀ ਹੋਵੇਗੀ ਸਖਤੀ ਨਾਲ ਪਾਲਣਾ। ਇੱਕ ਬੜੀ ਦੁਖਦਾਈ ਖਬਰ ਸਾਹਮਣੇ ਆਈ ਹੈ ਕਿ ਕੁੱਤੇ ਨੇ 5 ਸਾਲਾ ਬੱਚੇ ਦਾ ਜਿਹੜਾ ਚਿਹਰਾ ਕੁਚਲ ਦਿੱਤਾ ਆ ਤੇ ਉਸ ਦਾ ਇਲਾਜ ਚੱਲ ਰਿਹਾ। ਜਿਹੜੇ ਨੇ 100 ਟਾਂਕੇ ਲੱਗੇ ਨੇ ਤੇ ਉਸ ਦੀ ਜਿਹੜੀ ਆ ਹਾਲਤ ਹੁਣ ਸਥਿਰ ਹੈ। ਤੇ ਅਗਲੀ ਜਿਹੜੀ ਖਬਰ ਹੈ ਕਿ 11 ਨੂੰ ਕੈਪਟਨ ਦਾ ਜਨਮ ਦਿਨ, 10 ਨੂੰ ਹੋਵੇਗਾ ਕਲਾਈਮੈਕਸ, ਪੰਜਾਬ ਲੋਕ ਕਾਂਗਰਸ ਵੱਲੋਂ ਗੱਠਜੋੜ ਸਰਕਾਰ ਬਣਨ ਦਾ ਦਾਅਵਾ। ਤੇ ਅਗਲੀ ਖਬਰ ਵੱਲ ਰੁਕ ਕਰੀਏ ਤਾਂ ਕਾਂਗਰਸ ਨੇ ਪੰਜਾਬ ਦੇ ਐਗਜ਼ਿਟ ਪੋਲ ਨੂੰ ਰੱਦ ਕੀਤਾ ਹੈ। ਮੰਤਰੀ ਰਾਜਕੁਮਾਰ ਵੇਰਕਾ ਨੇ ਕਿਹਾ ਏਸੀ ਕਮਰਿਆਂ ਵਿੱਚ ਬੈਠ ਕੇ ਕੀਤੀ ਗਈ ਡਾਟਾਗਿਰੀ। ਪੰਜਾਬ ਸਮੇਤ 5 ਸੂਬੇ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਕੱਲ ਜੀ। ਬਿਲਕੁਲ ਜੀ। ਇਸੇ ਤਰ੍ਹਾਂ ਦੀਆਂ ਜਿਹੜੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਤੇ ਲਗਾਤਾਰ ਜਿਹੜਾ ਆ ਐਗਜ਼ਿਟ ਪੋਲਾਂ ਦੀ ਗੱਲ ਕੀਤੀ ਜਾ ਰਹੀ ਆ, ਪਰ ਸੱਚਾਈ ਜਿਹੜੀ ਆ ਕੁਝ ਇਸ ਤਰ੍ਹਾਂ ਦੀ ਜਿਹੜੀ ਆ ਉਹ ਹੋਈ ਹੈ। ਤੇ ਜਿਹੜਾ ਕਰੋਨਾ ਵੈਕਸੀਨ ਜੇ ਤੁਸੀਂ ਨਹੀਂ ਲਗਵਾਈ ਤਾਂ ਤੁਹਾਨੂੰ ਹੋ ਸਕਦਾ ਹੈ ਕਿ ਰਾਸ਼ਨ, ਨਾ ਪੈਟਰੋਲ ਤੇ ਨਾ ਹੀ ਜਿਹੜੀ ਆ ਸ਼ਰਾਬ ਉਹ ਮਿਲ ਸਕੇਗੀ ਜੀ। ਪੰਜਾਬ ਨੇ ਬਦਲਾਅ ਲਈ ਵੋਟ ਦਿੱਤੀ, ਆਪ ਕਾਂਗਰਸ ਦਾ ਬਦਲ ਬਣੇਗੀ ਰਾਘਵ ਚੱਡਾ। ਬਿਲਕੁਲ ਜੀ। ਫ੍ਰੀ ਹੋਲਡ ਵਜੋਂ ਵੇਚਿਆ ਜਾਵੇਗਾ ਆਈਟੀ ਪਾਰਕ ਦੀ ਜ਼ਮੀਨ ਦਾ ਪ੍ਰਮੁੱਖ ਹਿੱਸਾ। ਤੇ ਅਗਲੀ ਜਿਹੜੀ ਖਬਰ ਹੈ, ਕੌਮਾਂਤਰੀ ਇਸਤਰੀ ਦਿਵਸ ਮੌਕੇ ਤੇ BKU ਏਕਤਾ ਡਕੌਂਦਾ ਦੀ ਕਨਵੈਨਸ਼ਨ, ਸੈਂਕੜੇ ਕਿਸਾਨ ਔਰਤਾਂ ਨੇ ਕੀਤੀ ਸ਼ਮੂਲੀਅਤ ਜੀ। CBSE ਇਸ ਹਫਤੇ ਐਲਾਨ ਸਕਦਾ ਹੈ 10ਵੀਂ ਤੇ 12ਵੀਂ ਦੇ ਨਤੀਜੇ, ਵਿਦਿਆਰਥੀ ਦੇਖ ਸਕਣਗੇ ਨਤੀਜੇ। ਬਿਲਕੁਲ ਜੀ। 10 ਮਾਰਚ ਨੂੰ ਹੋਵੇਗੀ ਵੋਟਾਂ ਦੀ ਗਿਣਤੀ। ਵੋਟਾਂ ਦੀ ਗਿਣਤੀ ਦੇ ਪ੍ਰਬੰਧ ਮੁਕੰਮਲ, ਜ਼ਿਲ੍ਹਾ ਚੋਣ ਅਧਿਕਾਰੀ। ਵਿਵੇਕ ਅਗਨੀਹੋਤਰੀ ਦੇ ਟਵੀਟ ਤੋਂ ਬਾਅਦ ਕਪਿਲ ਸ਼ਰਮਾ ਹੋਏ ਟ੍ਰੋਲ, ਲੋਕਾਂ ਨੇ ਸ਼ੋਅ ਦਾ ਬਾਈਕਾਟ ਕਰਨ ਦੀ ਕਹੀ ਗੱਲ। ਬਿਲਕੁਲ ਜੀ। ਭਾਰਤੀ ਚੁਣੌਤੀ ਦੀ ਅਗਵਾਈ ਕਰਨਗੇ ਸਿੰਧੂ ਤੇ ਸ਼੍ਰੀਕਾਂਤ। ਕੁਝ ਅਜਿਹੀਆਂ ਜਿਹੜੀਆਂ ਨੇ ਇਹ ਸੁਰਖੀਆਂ ਆਈਆਂ ਸੀਆਂ ਤੇ ਹੁਣ ਅਸੀਂ ਗੱਲ ਕਰਦੇ ਹਾਂ ਵਿਸਤਾਰ ਦੇ ਨਾਲ ਜੀ। ਤੇ ਪਹਿਲੀ ਖਬਰ ਹੈ ਕਿ ਜ਼ੈਲੈਂਸਕੀ ਨੇ ਕਿਹਾ ਕਿ ਹੁਣ ਨਾਟੋ ਦੀ ਮੈਂਬਰਸ਼ਿਪ ਵਿੱਚ ਕੋਈ ਦਿਲਚਸਪੀ ਨਹੀਂ ਹੈ ਜੀ। ਬਿਲਕੁਲ ਜੀ। ਯੂਕਰੇਨ ਦੇ ਰਾਸ਼ਟਰਪਤੀ ਵਲੋਦੋਮੀਰ ਜ਼ੈਲੈਂਸਕੀ ਨੇ ਕਿਹਾ ਕਿ ਹੁਣ ਉਹ ਯੂਕਰੇਨ ਦੀ ਨਾਟੋ ਦੀ ਮੈਂਬਰਸ਼ਿਪ ਲਈ ਦਬਾਅ ਨਹੀਂ ਪਾ ਰਿਹਾ। ਇਹ ਇੱਕ ਨਾਜ਼ੁਕ ਮੁੱਦਾ ਹੈ ਜੋ ਰੂਸ ਦੇ ਆਪਣੇ ਪੱਛਮੀ ਗੁਆਂਢੀ ਤੇ ਹਮਲਾ ਕਰਨ ਤੇ ਦੱਸੇ ਗਏ ਕਾਰਨਾਂ ਵਜੋਂ ਇੱਕ ਸੀ। ਮਾਸਕੋ ਨੂੰ ਸ਼ਾਂਤ ਕਰਨ ਤੇ ਉਦੇਸ਼ ਨਾਲ ਇੱਕ ਹੋਰ ਸਪਸ਼ਟ ਸਹਿਮਤੀ ਵਿੱਚ ਵਲੋਦੀਮੀਰ ਨੇ ਕਿਹਾ ਕਿ ਉਹ ਵੱਖ-ਵੱਖ ਰੂਸ ਪੱਖੀ ਖੇਤਰਾਂ ਦੀ ਸਥਿਤੀ ਨੂੰ ਸਮਝੌਤਾ ਕਰਨ ਲਈ ਤਿਆਰ ਹੈ, ਜਿਨ੍ਹਾਂ ਨੂੰ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ 24 ਫਰਵਰੀ ਨੂੰ ਹਮਲੇ ਜਾਰੀ ਕਰਨ ਤੋਂ ਪਹਿਲਾਂ ਸੁਤੰਤਰ ਵਜੋਂ ਮਾਨਤਾ ਜਿਹੜੀ ਆ ਉਹ ਦਿੱਤੀ ਸੀਗੀ ਜੀ। ਜ਼ੈਲੈਂਸਕੀ ਨੇ ਕਿਹਾ ਕਿ ਮੈਂ ਇਸ ਸਵਾਲ ਦੇ ਸੰਬੰਧ ਵਿੱਚ ਬਹੁਤ ਸਮਾਂ ਪਹਿਲਾਂ ਇਹ ਸਮਝ ਲਿਆ ਸੀ ਕਿ ਨਾਟੋ ਯੂਕਰੇਨ ਨੂੰ ਸਵੀਕਾਰ ਕਰਨ ਲਈ ਤਿਆਰ ਨਹੀਂ ਹੈ। ਰਾਸ਼ਟਰਪਤੀ ਨੇ ਅੱਗੇ ਇਹ ਵੀ ਕਿਹਾ ਕਿ ਗੱਠਜੋੜ ਵਿਵਾਦਪੂਰਨ ਚੀਜ਼ਾਂ ਤੇ ਰੂਸ ਨਾਲ ਟਕਰਾਅ ਤੋਂ ਡਰਦਾ ਹੈ। ਨਾਟੋ ਦੀ ਮੈਂਬਰਸ਼ਿਪ ਦਾ ਹਵਾਲਾ ਦਿੰਦੇ ਹੋਏ ਜ਼ੈਲੈਂਸਕੀ ਨੇ ਇੱਕ ਦੁਭਾਸ਼ੀ ਦੁਆਰਾ ਕਿਹਾ ਕਿ ਉਹ ਉਸ ਦੇਸ਼ ਦਾ ਰਾਸ਼ਟਰਪਤੀ ਨਹੀਂ ਬਣਨਾ ਚਾਹੁੰਦੇ
ਹੈ ਜੋ ਆਪਣੇ ਗੋਡਿਆਂ ਤੇ ਕੁਝ ਭੀਖ ਮੰਗ ਰਿਹਾ ਹੈ। ਰੂਸ ਲੰਮੇ ਸਮੇਂ ਤੋਂ ਯੂਕਰੇਨ ਦੀ ਪ੍ਰਸਤਾਵਿਤ ਨਾਟੋ ਮੈਂਬਰਸ਼ਿਪ ਦੇ ਵਿਚਾਰ ਦੇ ਖਿਲਾਫ ਰਿਹਾ ਹੈ ਤੇ ਉੱਤਰੀ ਐਟਲਾਂਟਿਕ ਸੰਧੀ ਸੰਗਠਨ ਜੋ ਯੂਰਪ ਵਿੱਚ ਪੁਰਾਣੇ ਸੋਵੀਅਤ ਸੰਘ ਦੇ ਦਬਦਬੇ ਨੂੰ ਰੋਕਣ ਲਈ ਸ਼ੀਤ ਯੁੱਧ ਦੇ ਦੌਰ ਵਿੱਚ ਬਣਾਇਆ ਗਿਆ ਸੀ। ਹਾਲਾਂਕਿ USSR ਦੇ ਟੁੱਟਣ ਤੋਂ ਬਾਅਦ ਸਾਬਕਾ ਸੋਵੀਅਤ ਡੋਮੇਨ ਨੂੰ ਗਲੇ ਲਗਾਉਣ ਲਈ ਗੱਠਜੋੜ ਨੇ ਪੂਰਬ ਵੱਲ ਹੋਰ ਵਿਸਥਾਰ ਕਰਨਾ ਜਾਰੀ ਰੱਖਿਆ। ਯੂਕਰੇਨ ਤੇ ਹਮਲੇ ਦਾ ਆਦੇਸ਼ ਦੇ ਕੇ ਦੁਨੀਆ ਨੂੰ ਹੈਰਾਨ ਕਰਨ ਤੋਂ ਥੋੜੀ ਦੇਰ ਪਹਿਲਾਂ ਹੀ ਪੁਤਿਨ ਨੇ ਪੂਰਬੀ ਯੂਕਰੇਨ ਵਿੱਚ 2 ਵੱਖਵਾਦੀ ਰੂਸ ਪੱਖੀ ਵਿਵਾਦਗ੍ਰਸਤ ਖੇਤਰ ਲੁਹਾਂਸਕ ਤੇ ਡੋਨੇਟਸਕ ਨੂੰ ਗਣਤੰਤਰ ਵਜੋਂ ਮਾਨਤਾ ਦਿੱਤੀ ਤੇ ਇਹ 2014 ਤੋਂ ਕੀਵ ਨਾਲ ਜੰਗ ਵਿੱਚ ਹਨ। ਬਿਲਕੁਲ ਜੀ, ਭਾਰਤ ਉੱਤੇ ਅਮਰੀਕੀ ਪਾਬੰਦੀਆਂ ਲਾਉਣੀਆਂ ਮੂਰਖਤਾ ਵਾਲਾ ਜਿਹੜਾ ਆ ਉਹ ਫੈਸਲਾ ਹੋਵੇਗਾ। ਇਸ ਤਰ੍ਹਾਂ ਦਾ ਜਿਹੜਾ ਆ ਉਹ ਕਰੂਜ਼ ਦਾ ਕਹਿਣਾ ਆ। ਅਮਰੀਕਾ ਦੇ ਰਿਪਬਲਿਕਨ ਆਗੂ ਤੇ ਪ੍ਰਭਾਵਸ਼ਾਲੀ ਅਮਰੀਕੀ ਸੰਸਦ ਮੈਂਬਰ ਟੇਡ ਕਰੂਜ਼ ਨੇ ਰਾਸ਼ਟਰਪਤੀ ਜੋ ਬਾਈਡਨ ਪ੍ਰਸ਼ਾਸਨ ਨੂੰ ਕਿਹਾ ਕਿ ਰੂਸ ਤੋਂ S-400 ਮਿਜ਼ਾਈਲ ਪ੍ਰਣਾਲੀ ਖਰੀਦਣ ਕਾਰਨ ਭਾਰਤ ਤੇ ਜਿਹੜਾ ਆ TSA ਤਹਿਤ ਪਾਬੰਦੀਆਂ ਲਾਉਣੀਆਂ ਜਿਹੜੀਆਂ ਨੇ ਉਹ ਮਹਾਮੂਰਖਤਾ ਹੋਵੇਗੀ ਜੀ। ਤੇ ਇਸ ਤਹਿਤ ਅਮਰੀਕੀ ਰਾਸ਼ਟਰਪਤੀ ਕੋਲ ਕਿਸੇ ਵੀ ਮੁਲਕ ਖਿਲਾਫ ਪਾਬੰਦੀਆਂ ਲਗਾਉਣ ਦਾ ਅਧਿਕਾਰ ਹੈ। ਅਮਰੀਕੀ ਸੈਨੇਟਰ ਟੈਡ ਕਰੂਜ਼ ਨੇ ਕਿਹਾ ਹੈ ਕਿ ਭਾਰਤ ਧਰਤੀ ਦਾ ਸਭ ਤੋਂ ਵੱਡਾ ਲੋਕਤੰਤਰ ਤੇ ਦੁਨੀਆ ਦਾ ਸਭ ਤੋਂ ਮਹੱਤਵਪੂਰਨ ਭਾਈਵਾਲ ਹੈ। ਉਹਨਾਂ ਕਿਹਾ ਕਿ ਜੇਕਰ ਬਾਈਡਨ ਪ੍ਰਸ਼ਾਸਨ ਕਾਟਸਾ ਐਕਟ ਤਹਿਤ ਨਵੀਂ ਦਿੱਲੀ ਤੇ ਪਾਬੰਦੀ ਲਗਾਉਂਦਾ ਹੈ ਤਾਂ ਇਹ ਮੰਦਭਾਗਾ ਕਦਮ ਹੋਵੇਗਾ। ਭਾਰਤ ਰੂਸ ਨਾਲ S-400 ਮਿਜ਼ਾਈਲ ਰੱਖਿਆ ਪ੍ਰਣਾਲੀ ਖਰੀਦ ਰਿਹਾ ਹੈ ਜਿਸ ਕਾਰਨ ਅਮਰੀਕੀ ਨਾਰਾਜ਼ ਹਨ ਤੇ ਦਰਅਸਲ ਕਾਟਸਾ ਇੱਕ ਅਮਰੀਕੀ ਕਾਨੂੰਨ ਹੈ ਜਿਸ ਦੇ ਤਹਿਤ ਅਮਰੀਕੀ ਰਾਸ਼ਟਰਪਤੀ ਨੂੰ ਦੁਸ਼ਮਣ ਦੇਸ਼ ਰੂਸ, ਈਰਾਨ ਤੇ ਉੱਤਰੀ ਕੋਰੀਆ ਦੇ ਨਾਲ ਰੱਖਿਆ ਸਮੱਗਰੀ ਖਰੀਦਣ ਵਾਲੇ ਦੇਸ਼ਾਂ ਤੇ ਸਖਤ ਆਰਥਿਕ ਤੇ ਫੌਜੀ ਪਾਬੰਦੀਆਂ ਲਗਾਉਣ ਦਾ ਅਧਿਕਾਰ ਹੈ ਜੀ। ਜੇਕਰ ਕਾਟਾ ਕਾਨੂੰਨ ਭਾਰਤ ਤੇ ਲਾਗੂ ਹੁੰਦਾ ਹੈ ਤਾਂ ਭਾਰਤ ਨੂੰ ਅਮਰੀਕਾ 'ਚ ਕਾਰੋਬਾਰ ਕਰਨ 'ਚ ਦਿੱਕਤ ਆ ਸਕਦੀ ਹੈ ਕਿਉਂਕਿ ਇਸ ਸਥਿਤੀ 'ਚ ਭਾਰਤੀ ਡਾਲਰਾਂ ਦਾ ਭੁਗਤਾਨ ਰੋਕਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਭਾਰਤ 'ਚ ਨਿਰਯਾਤ ਹੋਣ ਵਾਲੇ ਸਮਾਨ ਤੇ ਵੀ ਅਸਰ ਪੈ ਸਕਦਾ ਹੈ। ਇਸ ਕਾਨੂੰਨ ਦੇ ਤਹਿਤ ਉਚਿਤ ਦੇਸ਼ ਤੇ ਫੌਜੀਆਂ ਤੇ ਖੂਫੀਆ ਖੇਤਰਾਂ ਨਾਲ ਜੁੜੇ ਵਿਅਕਤੀਆਂ ਤੇ ਵੀ ਪਾਬੰਦੀ ਲਗਾਈ ਜਾ ਸਕਦੀ ਹੈ। ਇਸ ਤੋਂ ਇਲਾਵਾ ਅਮਰੀਕਾ ਪਰਮਾਣੂ ਨਾਲ ਸੰਬੰਧਿਤ ਵਸਤੂਆਂ ਦੇ ਨਿਰਯਾਤ ਤੇ ਵੀ ਪਾਬੰਦੀ ਜਿਹੜੀ ਆ ਉਹ ਲਗਾਤਾਰ ਜਿਹੜੀ ਆ ਉਹ ਲਗਾਈ ਜਾ ਸਕਦੀ ਹੈ ਜੀ। ਤੇ ਅਗਲੀ ਜੋ ਖਬਰ ਹੈ ਕਿ ਅਖਿਲੇਸ਼ ਯਾਦਵ ਦਾ ਦਾਵਾ ਵਾਰਾਣਸੀ ਵਿੱਚ ਫੜੀ ਗਈ EVM ਨਤੀਜਿਆਂ ਤੋਂ ਪਹਿਲਾਂ ਚੋਰੀ ਦੀ ਸਾਜ਼ਿਸ਼ ਜੀ। ਬਿਲਕੁਲ ਜੀ। ਸਮਾਜਵਾਦੀ ਪਾਰਟੀ ਦੇ ਮੁਖੀ ਤੇ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਮੰਗਲਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਕਰਕੇ ਭਾਜਪਾ ਦੇ ਵੱਡੇ ਦੋਸ਼ ਲਾਏ ਨੇ। ਉਹਨਾਂ ਦਾਅਵਾ ਕੀਤਾ ਕਿ ਮੁੱਖ ਮੰਤਰੀ ਦੇ ਸਭ ਤੋਂ ਵੱਡੇ ਅਧਿਕਾਰੀ ਪ੍ਰਮੁੱਖ ਸਕੱਤਰ ਦਾ ਜਗ੍ਹਾ ਫੋਨ ਜਾ ਰਿਹਾ ਹੈ ਕਿ ਜਿੱਥੇ ਭਾਜਪਾ ਹਾਰਦੀ ਹੈ ਉੱਥੇ ਵੋਟਾਂ ਦੀ ਗਿਣਤੀ ਹੌਲੀ ਕਰਨ ਲਈ ਕੀਤੀ ਜਾਵੇ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਅੱਜ EVM ਨੂੰ ਬਨਾਰਸ ਲਿਜਾਇਆ ਜਾ ਰਿਹਾ, ਇੱਕ ਟਰੱਕ ਫੜਿਆ ਗਿਆ, 2 ਟਰੱਕ ਲੈ ਕੇ ਭੱਜ ਗਏ। ਬਿਲਕੁਲ ਜੀ, ਜਿਹੜੀ ਲਗਾਤਾਰ ਖਬਰ ਸਾਹਮਣੇ ਆ ਰਹੀ ਹੈ। ਅਖਿਲੇਸ਼ ਯਾਦਵ ਨੇ ਨਾਲ ਇਹ ਵੀ ਕਿਹਾ ਕਿ ਜੇਕਰ ਸਰਕਾਰ ਵੋਟਾਂ ਦੀ ਚੋਰੀ ਨਹੀਂ ਕਰ ਰਹੀ ਸੀ ਤਾਂ ਦੱਸੋ ਕਿ ਇੱਕ ਗੱਡੀ ਰੋਕ ਲਈ ਗਈ ਤੇ ਫੜੀ ਗਈ, 2 ਗੱਡੀਆਂ ਨੂੰ ਲੈ ਕੇ ਕਿਉਂ ਭੱਜੇ? ਜੇ ਚੋਰੀ ਨਹੀਂ ਹੋਈ ਤਾਂ ਪ੍ਰਸ਼ਾਸਨ ਨੇ ਸੁਰੱਖਿਆ ਦੇ ਇੰਤਜ਼ਾਮ ਕਿਉਂ ਨਹੀਂ ਕੀਤੇ? ਐਨੀ ਫੋਰਸ ਹੋਣ ਤੇ ਜਿਹੜਾ ਆ ਇਲੈਕਸ਼ਨ ਫੋਰਸ ਯੂਪੀ ਤੋਂ ਗਈ ਨਹੀਂ ਆ, ਜਿਹੜੀ ਆਖਿਰਕਾਰ ਅਧਿਕਾਰੀ ਕਿਉਂ ਨਹੀਂ ਕਰ ਰਹੇ ਸਨ? ਕੀ ਕਾਰਨ ਹੈ ਕਿ EVM ਬਿਨਾਂ ਸੁਰੱਖਿਆ ਪ੍ਰਬੰਧਾਂ ਦੇ ਜਿਹੜੀਆਂ ਉਹ ਜਾ ਰਹੀਆਂ ਸਨ? ਅਖਿਲੇਸ਼ ਯਾਦਵ ਨੇ ਕਿਹਾ ਕਿ ਉਮੀਦਵਾਰ ਨੂੰ ਬਿਨਾਂ ਦੱਸੇ EVM ਇੱਧਰ ਉੱਧਰ ਜਿਹੜੀਆਂ ਉਹ ਨਹੀਂ ਕਰ ਸਕਦੇ। ਜੇਕਰ ਤੁਸੀਂ EVM ਨੂੰ ਮੂਵ ਕਰਨਾ ਹੈ ਤਾਂ ਘੱਟੋ ਘੱਟ ਜੋ ਉਮੀਦਵਾਰ ਚੋਣਾਂ ਲੜ ਰਹੇ ਹਨ ਉਹਨਾਂ ਦੀ ਜਾਣਕਾਰੀ ਵਿੱਚ ਹੋਣਾ ਬਿਲਕੁਲ ਜ਼ਰੂਰੀ ਹੈ। ਉਹਨਾਂ ਨੇ ਕਿਹਾ ਕਿ ਉਹ ਭਾਜਪਾ ਉਸੇ ਦਿਨ ਘਬਰਾ ਗਏ ਸਨ ਜਿਸ ਦਿਨ ਅਖਬਾਰਾਂ 'ਚ ਕੁਝ ਸਥਾਨ ਆਇਆ ਸੀ ਕਿ ਕਿਤੇ ਪਾਰਟੀ ਦੀ ਸਫਾਈ ਹੋ ਰਹੀ ਹੈ। ਹਾਂਜੀ ਬਿਲਕੁਲ ਜੀ, ਪਾਰਕ ਦੀ ਸਫਾਈ ਹੋ ਰਹੀ ਹੈ ਤੇ ਕਿਤੇ ਨਾ ਕਿਤੇ ਜਿਹੜੀ ਆ ਘਰ ਦੀ ਸਫਾਈ ਹੋ ਰਹੀ ਹੈ। ਅਖਿਲੇਸ਼ ਯਾਦਵ ਨੇ ਜਿਹੜੀ ਆਪਣੀ ਪਾਰਟੀ ਨੂੰ ਜਿਹੜਾ ਆ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਹੈ, ਜਨਤਾ ਨੂੰ ਅਪੀਲ ਕੀਤੀ ਹੈ ਕਿ ਆਪਣੀ ਪਾਰਟੀ ਦੇ ਲੋਕਾਂ ਨੂੰ ਜਿਹੜਾ ਇਹ ਹੀ ਕਹਾਂਗਾ ਕਿ ਜਦੋਂ ਤੱਕ ਗਿਣਤੀ ਨਹੀਂ ਹੋ ਜਾਂਦੀ ਘੱਟੋ ਘੱਟ ਇਸ 'ਤੇ ਨਜ਼ਰ ਰੱਖੋ, ਇਸ ਵੱਲ ਧਿਆਨ ਦਿਓ ਕਿਉਂਕਿ ਵੋਟਾਂ ਜਿਹੜੀਆਂ ਨੇ ਉਹਦੇ ਵਿੱਚ ਕਪੜਾ ਹੋ ਸਕਦਾ ਹੈ। ਮਸ਼ੀਨਾਂ ਜਿਹੜੀਆਂ ਉਹ ਰੱਖੀਆਂ ਹੋਈਆਂ ਸਕਦੀਆਂ, ਕਿਸੇ ਨਾ ਕਿਸੇ ਨੇ ਜਿਹੜਾ ਆ ਇੱਥੇ ਆਉਣਾ ਜਾਣਾ ਜ਼ਰੂਰ ਨਹੀਂ ਚਾਹੀਦਾ ਜੀ। ਸੰਗਤ ਲਾਈਵ 'ਚ ਤੁਹਾਡਾ ਸਵਾਗਤ ਹੈ, ਆਪਣਾ ਨਾਮ ਦੱਸੋ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਪਾਲ ਸਿੰਘ ਜੀ, ਬਹੁਤ ਸਵਾਗਤ ਹੈ ਜੀ ਤੁਹਾਡਾ ਇਸ ਪ੍ਰੋਗਰਾਮ ਦੇ ਵਿੱਚ। ਜਿਹੜੀ ਈਡੀ ਦੀ ਗੱਲ ਕਰਦੇ ਹੋ, ਈਡੀ ਦੇ ਮੋਦੀ ਦੀ ਸਾਰੀ ਈਡੀ ਹੈ। ਹਾਂਜੀ ਜੀ ਹਾਂਜੀ ਬਿਲਕੁਲ ਜੀ ਬਿਲਕੁਲ। ਅਦਾਲਤ ਵੀ ਉਹਦੀ ਹੈ, ਜੱਜ ਵੀ ਉਹਦੇ ਨੇ, ਕੋਰਟ ਵੀ ਉਹਦਾ, ਉੱਥੇ ਕਾਨੂੰਨ ਹੀ ਕੋਈ ਨਹੀਂ ਜੀ। ਚੋਣ ਕਮਿਸ਼ਨ ਕਹੀ ਜਾਂਦੇ ਨੇ, ਚੋਣ ਕਮਿਸ਼ਨ ਵੀ ਉਹਦਾ ਹੀ ਹੈ। ਬਿਲਕੁਲ ਜੀ ਬਿਲਕੁਲ ਜੀ। ਉਹ ਯੂਪੀ ਉਹਨੇ ਸਰਕਾਰ ਬਣਾਣੀ, ਹੋਰ ਨਹੀਂ ਉਹਨੂੰ ਲੋੜ, ਉੱਥੇ ਪ੍ਰਧਾਨ ਮੰਤਰੀ ਨਿਕਲਣਾ। ਠੀਕ ਹੈ ਜੀ, ਠੀਕ ਹੈ ਜੀ, ਠੀਕ।
ਬਾਕੀ ਮਸ਼ੀਨਾਂ ਸਿਰੇਆਮ ਚੁੱਕੀ ਜਾਂਦੇ, ਦੂਜੀਆਂ ਰੱਖੀ ਜਾਂਦੇ ਨੇ ਬਟਨ ਦਬਾ ਦਬਾ ਕੇ। ਜੀ ਸਿਕਿਉਰਿਟੀ ਗਾਰਡਸ ਪਤਾ ਨਹੀਂ ਕਿੱਥੇ ਨਿਕਲ ਜਾਂਦੇ ਨੇ। ਹਾਂਜੀ ਹਾਂਜੀ ਬਿਲਕੁਲ ਜੀ ਬਿਲकुल ਜੀ। ਥੋੜ੍ਹੀ ਹੈ ਮੋਦੀ ਦੇ ਨੇ ਜਿਹੜੀ ਗਵਰਨਮੈਂਟ ਉਹਦੀ ਹੁੰਦੀ ਸਿਕਿਉਰਿਟੀ, ਹੋਰ ਕਿੱਥੇ? ਬਿਲਕੁਲ ਜੀ ਬਿਲਕੁਲ ਜੀ ਬਿਲकुल ਜੀ। ਠੀਕ ਹੈ ਜੀ, ਧੰਨਵਾਦ ਪਾਲ ਸਾਹਿਬ ਜੀ, ਬਹੁਤ ਬਹੁਤ। ਸਾਡੇ ਕੋਲ ਜਿਹੜਾ ਸਮਾਂ ਸੀਮਤ ਹੈ ਜੀ। ਹਾਂਜੀ ਜੀ ਬਿਲकुल। ਕੋਈ ਨਹੀਂ ਹੁੰਦੀ ਨਾ ਵੋਟਾਂ, ਪਰ ਮੈਂ 2 ਵਾਰੀ ਵੋਟ ਪਾਈ ਹੈ ਸਪੇਨ ਚ। ਕੋਈ ਪੁਲਿਸ ਵਾਲਾ ਨਹੀਂ, ਕੋਈ ਲੈਣ ਨਹੀਂ, ਕੁਛ ਨਹੀਂ, ਆਪਣੀ ਵੋਟ ਪਾਓ ਤੇ ਘਰ ਆਓ। ਹਾਂਜੀ ਹਾਂਜੀ ਹਾਂਜੀ। ਕੋਈ ਸ਼ਰਾਬ ਨਹੀਂ, ਕੋਈ ਪੁਲਿਸ ਨਹੀਂ, ਕੋਈ ਚੋਣ ਕਮਿਸ਼ਨ ਤੇ ਹੈ ਹੀ ਉਹਦਾ, ਸਾਰੀ ਸਿਕਿਉਰਿਟੀ ਉਹਦੀ ਹੈ, ਜੋ ਜਿਹੜਾ ਡੰਡਾ ਉਸਨੇ ਹੋ ਜੀ। ਬਿਲਕੁਲ ਜੀ ਪਾਲ ਸਾਹਿਬ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਇਸ ਪ੍ਰੋਗਰਾਮ ਦੇ ਵਿੱਚ ਜੁੜਨ ਦੇ ਲਈ, ਕਿਉਂਕਿ ਸਾਡੇ ਕੋਲ ਜਿਹੜਾ ਸਮਾਂ ਉਹ ਸੀਮਤ ਹੈ ਜੀ। ਹਾਂਜੀ, ਬਹੁਤ ਬਹੁਤ ਸ਼ੁਕਰੀਆ ਜੁੜਨ ਲਈ ਸਾਡੇ ਨਾਲ ਜੀ। ਤੇ ਜਿਹੜੀ ਚੌਥੀ ਖਬਰ ਲਗਾਤਾਰ ਸਾਹਮਣੇ ਆ ਰਹੀ ਹੈ, ਵਿਵਾਦਾਂ ਨੂੰ ਸੁਲਝਾਉਣ ਲਈ ਜਿਹੜਾ ਭਾਰਤ ਤੇ ਚੀਨ ਵਿਚਾਲੇ ਮਿਲਟਰੀ ਕਮਾਂਡਰ ਪੱਧਰ ਦੀ ਗੱਲਬਾਤ ਜਿਹੜੀ ਆ ਉਹ 11 ਮਾਰਚ ਨੂੰ ਹੋਵੇਗੀ। ਭਾਰਤ ਤੇ ਚੀਨ ਸਰਹੱਦੀ ਵਿਵਾਦ ਨਾਲ ਜਿਹੜੇ ਜੁੜੇ ਮੁੱਦਿਆਂ ਨੂੰ ਸੁਲਝਾਉਣ ਲਈ ਜਿਹੜੀ ਆ 15ਵੀਂ ਜਿਹੜੀ ਆ ਕਮਾਂਡਰ ਪੱਧਰੀ ਫੌਜ ਵਾਰਤਾ ਕਰਨ ਲਈ ਜਿਹੜੀ ਆ ਸਹਿਮਤ ਹੋ ਗਏ ਨੇ। ਇਸ ਗੱਲਬਾਤ 11 ਮਾਰਚ ਨੂੰ ਭਾਰਤੀ ਸਰਹੱਦ ਦੇ ਅੰਦਰ ਜਿਹੜੇ ਚੁਸ਼ਲ ਮੋਲਡੇ ਵਿਖੇ ਹੋਵੇਗੀ। ANI ਨੇ ਰੱਖਿਆ ਕਿ ਸੂਤਰਾਂ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ ਹੈ ਕਿ ਜ਼ਿਕਰਯੋਗ ਹੈ ਕਿ ਇਸ ਮਹੀਨੇ ਦੇ ਜਨਵਰੀ 'ਚ ਦੋਹਾਂ ਦੇਸ਼ਾਂ ਵਿਚਾਲੇ ਜਿਹੜੀ ਸਰਹੱਦੀ ਵਿਵਾਦ ਜਿਹੜਾ ਜੁੜਿਆ ਹੋਇਆ ਆ ਉਸ ਨੂੰ ਸੁਲਝਾਉਣ ਲਈ ਜਿਹੜਾ ਆ ਕਮਾਂਡਰੀ ਪੱਧਰ ਤੇ ਜਿਹੜੀ ਆ ਗੱਲਬਾਤ ਦਾ 14ਵਾਂ ਜਿਹੜਾ ਆ ਉਹ ਦੌਰਾ ਹੋਏਗਾ ਜੀ। ਤੇ ਜ਼ਿਕਰਯੋਗ ਹੈ ਕਿ ਇਸ ਮਹੀਨੇ ਜਨਵਰੀ 'ਚ ਦੋਹਾਂ ਦੇਸ਼ਾਂ ਵਿਚਾਲੇ ਸਰਹੱਦੀ ਵਿਵਾਦ ਨਾਲ ਜੁੜੇ ਮੁੱਦਿਆਂ ਨੂੰ ਸੁਲਝਾਉਣ ਲਈ ਕਮਾਂਡਰ ਪੱਧਰ ਦੀ ਗੱਲਬਾਤ ਦਾ 14ਵਾਂ ਦੌਰ ਹੋਇਆ ਸੀ। ਭਾਵੇਂ ਵਾਰਤਾ ਬੇਨਤੀਜਾ ਸੀ, ਪਰ ਇਸ ਤੋਂ ਅੱਗੇ ਵੀ ਗੱਲਬਾਤ ਜਾਰੀ ਰੱਖਣ ਦਾ ਰਾਹ ਜ਼ਰੂਰ ਸੀ। ਇਸ ਵਾਰਤਾ ਵਿੱਚ ਦੋਵਾਂ ਦੇਸ਼ਾਂ ਨੇ ਯਕੀਨੀ ਬਣਾਇਆ ਕਿ ਸ਼ਾਂਤੀ ਬਹਾਲ ਕਰਨ ਤੇ ਅਸਲ ਕੰਟਰੋਲ ਰੇਖਾ ਤੇ ਗਤੀਰੋਧ ਨੂੰ ਸੁਲਝਾਉਣ ਲਈ ਗੱਲਬਾਤ ਤੋਂ ਮੂੰਹ ਨਹੀਂ ਮੁੜਿਆ ਜਾਵੇਗਾ। ਇਸ ਗੱਲਬਾਤ ਤੋਂ ਹੀ ਅਗਲੇ ਦੌਰ ਦੀ ਗੱਲਬਾਤ ਦੀ ਉਮੀਦ ਵੀ ਬਚ ਗਈ ਸੀ। ਗੱਲਬਾਤ ਦੇ 14ਵੇਂ ਦੌਰ ਵਿੱਚ ਹਾਰਟ ਜਿਹੜਾ ਸਪ੍ਰਿੰਗ ਏਰੀਆ, ਨਾਰਥ ਐਂਡ ਸਾਊਥ ਪੈਗਾਸਸ, ਗੋਵਾਨ ਤੇ ਗੋਗਰਾ ਹਾਰਟ ਸਪ੍ਰਿੰਗ ਏਰੀਆ ਤੇ ਗੱਲਬਾਤ ਹੋਈ। ਇਸ ਦੌਰਾਨ ਦੋਵਾਂ ਧਿਰਾਂ ਵੱਲੋਂ ਜਾਰੀ ਸਾਂਝੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਦੋਵੇਂ ਦੇਸ਼ ਆਪਣੀ ਕੌਮੀ ਲੀਡਰਸ਼ਿਪ ਦੇ ਮਾਰਗਦਰਸ਼ਨ ਅਨੁਸਾਰ ਵਿਵਾਦਿਤ ਮੁੱਦਿਆਂ ਤੇ ਹੱਲ ਲਈ ਕੰਮ ਕਰਦੇ ਰਹਿਣਗੇ। ਇਸ ਬਿਆਨ ਵਿੱਚ ਐਕਚੁਆਰ ਕੰਟਰੋਲ ਰੇਖਾ ਤੇ ਸ਼ਾਂਤੀ ਬਹਾਲੀ ਨੂੰ ਗੱਲਬਾਤ ਦਾ ਮੁੱਖ ਉਦੇਸ਼ ਦੱਸਿਆ ਗਿਆ ਹੈ। ਜ਼ਿਕਰਯੋਗ ਹੈ ਕਿ ਚੀਨ ਦੇ ਮੋਲਡੋ ਵਿੱਚ 14ਵੇਂ ਦੌਰ ਦੀ ਗੱਲਬਾਤ ਹੋਈ ਤੇ ਇਹ 12 ਘੰਟੇ ਤੋਂ ਵੱਧ ਚੱਲੀ। ਇਸ ਦੀ ਅਗਵਾਈ ਭਾਰਤ ਦੇ 14ਵੀਂ ਕੋਰ ਕਮਾਂਡਰ ਲੈਫਟੀਨੈਂਟ ਜਨਰਲ ਅਨਿੰਦਿਆ ਸੇਨ ਗੁਪਤਾ ਨੇ ਕੀਤੀ ਤੇ ਇਸ ਵਿੱਚ ਵਿਦੇਸ਼ ਮੰਤਰਾਲੇ ਦੇ ਨੁਮਾਇੰਦੇ ਵੀ ਸ਼ਾਮਲ ਸਨ। ਹਾਲਾਂਕਿ ਇਹ ਤੈਅ ਨਹੀਂ ਹੈ ਕਿ 15ਵੇਂ ਦੌਰ ਦੀ ਗੱਲਬਾਤ ਵਿੱਚ ਸਾਰੇ ਵਿਵਾਦ ਸੁਲਝਾ ਲਏ ਜਾਣਗੇ ਜਾਂ ਫਿਰ ਨਹੀਂ। ਇਸ ਦਾ ਕਾਰਨ ਇਹ ਹੈ ਕਿ ਚੀਨ ਆਪਣੇ ਅਡੋਲ ਸਟੈਂਡ ਤੇ ਕਾਇਮ ਹੈ। ਇਸ ਕਾਰਨ ਵਿਵਾਦ ਲਗਾਤਾਰ ਬਣਿਆ ਹੋਇਆ ਹੈ। ਬਿਲਕੁਲ ਜੀ, ਇਹ ਤਾਂ ਸੀਗੀਆਂ ਜਿਹੜੀਆਂ ਵਿਦੇਸ਼ ਦੀਆਂ ਖਬਰਾਂ ਦੇ ਰੂਹ ਜੀ। ਅਸੀਂ ਹੁਣ ਰੁਕ ਕਰੀਏ ਆਪਣੇ ਪੰਜਾਬ ਵੱਲ। ਪੰਜਾਬ ਦਾ ਕੀ ਮਾਹੌਲ ਹੈ? ਜਿਹੜੀਆਂ ਸਾਰਿਆਂ ਦੀਆਂ ਧੜਕਣਾਂ ਜਿਹੜੀਆਂ ਨੇ ਲਗਾਤਾਰ ਜਿਹੜੀਆਂ ਨੇ ਉਹ ਵਧੀਆਂ ਹੋਈਆਂ ਨੇ, ਕਿਉਂਕਿ ਇਹਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਗੱਲ ਕਰੀਏ VOTING ਦੇ ਦਿਨਾਂ ਦੀ। ਜਿਹੜਾ ਆਮ ਜਨਤਾ ਦੇ ਮੂੰਹ ਤੇ ਆਮ ਆਦਮੀ ਪਾਰਟੀ ਦਾ ਜਿਹੜਾ ਨਾਮ ਉਹ ਛਪਿਆ ਹੋਇਆ ਸੀਗਾ ਤੇ ਲਗਾਤਾਰ ਮੈਨੂੰ ਲੱਗਦਾ ਕਿ ਜਦੋਂ ਵੀ ਬੋਲਦੇ ਸੀ ਉਹ ਆਮ ਆਦਮੀ ਪਾਰਟੀ ਦਾ ਨਾਮ ਲੈਂਦੇ ਸੀ। ਤੇ ਹੁਣ ਅਸੀਂ ਗੱਲ ਕਰੀਏ ਕਿ ਕੱਲ ਜਿਹੜਾ ਆ 10 ਮਾਰਚ ਜਿਹੜਾ ਵੋਟਾਂ ਦਾ ਨਤੀਜਾ ਆ, ਵੋਟਾਂ ਦੇ ਨਤੀਜੇ ਦੇ ਵਿੱਚ ਜਿਹੜਾ ਆ ਉਹ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਹਰਸਿਮਰਤ ਕੌਰ ਬਾਦਲ ਜੀ, ਉਹਨਾਂ ਦੇ ਸੁਪਤਨੀ ਜਿਹੜੇ ਆ ਉਹ ਦਰਬਾਰ ਸਾਹਿਬ ਨਤਮਸਤਕ ਹੋਏ, ਜਿਹਦੇ ਵਿੱਚ ਉਹ ਕੀਰਤਪੁਰ ਸਾਹਿਬ ਵੀ ਗਏ। ਕੁਛ ਇਸ ਤਰ੍ਹਾਂ ਦੀਆਂ ਜਿਹੜੀਆਂ ਨੇ ਇਹ ਖਬਰਾਂ ਜਿਹੜੀਆਂ ਨੇ ਸਾਹਮਣੇ ਆ ਰਹੀਆਂ ਨੇ। ਅਰਦਾਸਾਂ ਬੇਨਤੀਆਂ ਕੀਤੀਆਂ ਜਾ ਰਹੀਆਂ ਨੇ ਕਿ ਜਿਹੜਾ ਆ ਸਾਨੂੰ ਜਿਹੜਾ ਬਹੁਮਤ ਮਿਲੇ, ਪਰ ਜਿਹੜੀ ਸੱਚਾਈ ਆ ਕੁਝ ਹੋਰ ਹੀ ਬਿਆਨ ਕਰਦੀ ਆ। ਅਲੱਗ-ਅਲੱਗ ਸਾਡੇ ਚੈਨਲ ਵੱਲੋਂ ਜਿਹੜਾ ਆ ਉਹ ਸਰਵੇ ਕੀਤਾ ਗਿਆ ਆ, ਜਿਸ ਦੇ ਵਿੱਚ ਜਿਹੜਾ ਆਮ ਆਦਮੀ ਪਾਰਟੀ ਦਾ ਨਾਮ ਉੱਭਰ ਕੇ ਜਿਹੜਾ ਆ ਉਹ ਸਾਹਮਣੇ ਆ ਰਿਹਾ। ਪਰ ਇਹ ਤਾਂ ਕੱਲ ਹੀ ਪਤਾ ਲੱਗੂਗਾ। ਬਾਕੀ ਜਿਹੜੀ ਇਹ ਗੱਲ ਸਾਹਮਣੇ ਆ ਰਹੀ ਕਿ EVM ਮਸ਼ੀਨਸ ਨਾ ਕੋਈ ਸਿਕਿਉਰਿਟੀ ਗਾਰਡ ਤੇ ਇਹ ਵੀ ਕਿਹਾ ਜਾ ਰਿਹਾ ਕਿ ਜੋ ਕਾਊਂਟਿੰਗ ਹੈ ਉਹ ਸਲੋ ਕਰ ਦਿੱਤੀ ਜਾਵੇ, ਉਹਦੇ ਨਾਲ ਕੀ ਬਣੇਗਾ ਫਿਰ? ਬਿਲਕੁਲ ਜੀ ਬਿਲਕੁਲ। ਦੇਖੋ ਜੀ, EVM ਜਿਹੜਾ ਆ ਉਹ ਸਾਰੇ ਦੇਸ਼ਾਂ ਚੋਂ ਨਕਾਰਿਆ ਹੋਇਆ ਇੱਕ ਇਦਾਂ ਦਾ ਇਲੈਕਟ੍ਰੋਨਿਕ VOTING ਮਸ਼ੀਨ ਹੈ ਜਿਹੜਾ ਸਿਰਫ ਭਾਰਤ ਦੇ ਵਿੱਚ ਬਿਲਕੁਲ ਕੰਮ ਕਰ ਰਿਹਾ ਆ। ਇਹਦੇ ਪਿੱਛੇ ਕੀ ਸੱਚਾਈ ਆ ਇਹ ਤਾਂ ਹੁਣ ਜਿਹੜਾ ਆ ਤੁਹਾਨੂੰ ਸਭ ਨੂੰ ਵੀ ਪਤਾ ਹੈ। ਮੈਨੂੰ ਲੱਗਦਾ ਇਸ ਸ਼ੋਅ ਦੇ ਵਿੱਚ ਦੱਸਣ ਵਾਲੀ ਕੋਈ ਐਡੀ ਗੱਲ ਨਹੀਂ ਹੈਗੀ, ਪਰ ਫਿਰ ਵੀ ਕਿਤੇ ਨਾ ਕਿਤੇ ਜਿਹੜਾ ਆ ਉਹ ਸੱਚ ਤਾਂ ਸਾਹਮਣੇ ਆ ਰਿਹਾ। ਹੁਣ ਕਿੱਥੇ ਆਮ ਜਨਤਾ ਦੇ ਮੂੰਹ ਤੇ ਜਿਹੜਾ ਆਮ ਆਦਮੀ ਪਾਰਟੀ ਦਾ ਨਾਮ ਲਗਾਤਾਰ ਚੱਲ ਰਿਹਾ ਹੈ ਤੇ ਕਿੱਥੇ ਜੇ ਉਹ BJP ਜਾਂ ਕਾਂਗਰਸ ਜਿੱਤਦੀ ਆ ਤੇ ਹੈਰਾਨ ਕਰਨ ਵਾਲੇ ਜਿਹੜੇ ਆ ਉਹ ਮਾਮਲੇ ਜਿਹੜੇ ਉਹ ਸਾਹਮਣੇ ਆਉਣਗੇ। ਤੇ ਉਸ ਤੋਂ ਬਾਅਦ ਜੋ ਅਕਾਲੀ ਦਲ ਦੀ ਗੱਲ ਕਰੀਏ ਤਾਂ ਅਕਾਲੀ ਦਲ ਦੇ ਵਿੱਚੋਂ ਵੀ ਜਿਹੜਾ ਆ ਕਈਆਂ ਨੇ ਇਦਾਂ ਦੇ ਬਿਆਨ ਸਾਹਮਣੇ ਆਏ ਆ
ਕਿ ਅਸੀਂ ਜਿਹੜਾ ਆ ਭਾਜਪਾ ਦੇ ਨਾਲ ਜਿਹੜਾ ਆ ਗੱਠਜੋੜ ਕਰਕੇ ਜਿਹੜਾ ਆ ਸਰਕਾਰ ਬਣਾ ਸਕਦੇ ਹਾਂ, ਕਿਉਂਕਿ ਭਾਜਪਾ ਨੂੰ ਤਾਂ ਜੇ ਅੰਕੜਿਆਂ ਦੇ ਮੁਤਾਬਕ ਦੇਖੀਏ ਤਾਂ ਉਹਨਾਂ ਨੂੰ ਤਾਂ ਜਿਹੜੀਆਂ ਸੀਟਾਂ ਬਿਲਕੁਲ ਘੱਟ ਆਉਂਦੀਆਂ ਨੇ। ਜੇ ਉਹਨਾਂ ਨੂੰ 2 ਪਾਰਟੀਆਂ ਲਗਾਤਾਰ ਵੀ ਜਿਹੜੇ ਆ ਸਮਰਥਨ ਕਰਦੀਆਂ ਨੇ, ਸ਼ਾਇਦ ਫਿਰ ਵੀ ਉਹ ਆਪਣੀ ਜਿਹੜੀ ਆ ਸਰਕਾਰ ਉਹ ਪੰਜਾਬ ਦੇ ਵਿੱਚ ਜਿਹੜੀ ਆ ਉਹ ਨਹੀਂ ਬਣਾ ਸਕਦੇ ਤੇ ਆਪਣਾ ਜਿਹੜਾ ਆ ਸੀਐਮ ਦਾ ਚਿਹਰਾ ਜਿਹੜਾ ਆ ਉਹ ਨਹੀਂ ਉਤਾਰ ਸਕਦੇ। ਤੇ ਦੂਸਰੀ ਗੱਲ ਕਰੀਏ ਅਸੀਂ ਯੂਪੀ ਦੀ, ਯੂਪੀ ਦੇ ਵਿੱਚ ਵੀ ਜਿਹੜਾ ਆ ਲਗਾਤਾਰ ਇਹ ਗੱਲ ਸਾਹਮਣੇ ਆ ਰਹੀ ਆ ਕਿ ਜਿਹੜਾ ਆ ਭਾਜਪਾ ਯੂਪੀ ਦੇ ਵਿੱਚ ਜਿਹੜੀ ਆ ਲਗਾਤਾਰ ਜਿਹੜੀ ਆ ਉਹ ਬਣੀ ਹੋਈ ਆ। ਇਹ ਤਾਂ ਹੁਣ ਕੱਲ ਨੂੰ ਜਿਹੜਾ ਆ 10 ਮਾਰਚ ਨੂੰ ਜਿਹੜੀ ਆ ਰਿਜ਼ਲਟ ਸਾਹਮਣੇ ਆਉਣੇ ਨੇ, ਕਿਹਨੇ ਕਿੱਥੋਂ ਜਿੱਤ ਹਾਸਲ ਕੀਤੀ ਹੈ, ਕਿਹੜਾ ਕਿੱਥੋਂ ਹਾਰਿਆ ਆ, ਇਹ ਕੱਲ ਨੂੰ ਜਿਹੜੇ ਆ ਜਦੋਂ ਈਵੀਐਮ ਦੇ ਜਿਹੜੇ ਆ ਉਹ ਗਿਣਤੀ ਜਿਹੜੀ ਆ ਸਾਹਮਣੇ ਆਊਗੀ ਉਦੋਂ ਆ। ਇਹ ਤਾਂ ਸਿਰਫ ਆਪਣੇ ਆਪਣੇ ਅੰਦਾਜ਼ੇ ਨੇ, ਆਪਣੇ ਆਪਣੇ ਜਿਹੜੇ ਆ ਇਮੈਜਿਨ ਜਿਹੜਾ ਲੋਕਾਂ ਨੇ ਕੀਤਾ ਹੋਇਆ ਕਿ ਜੇ ਕੋਈ ਕਿਤੇ ਕੋਈ ਸਰਵੇ ਕਰਨ ਜਾਂਦਾ ਆ 10 ਬੰਦੇ ਆਮ ਆਦਮੀ ਪਾਰਟੀ ਦਾ ਨਾਮ ਲੈਂਦੇ ਆ ਤੇ 5 ਬੰਦੇ ਜਿਹੜਾ ਅਕਾਲੀ ਦਲ ਦਾ ਤੇ 5 ਬੰਦੇ ਜਿਹੜੇ ਆ ਉਹ ਕਾਂਗਰਸ ਦਾ ਨਾਮ ਲੈਂਦੇ ਨੇ ਜਾਂ 5 ਬੰਦੇ ਜਿਹੜੇ ਬੀਜੇਪੀ ਦੇ ਨਾਲ। ਇਹਦਾ ਮਤਲਬ ਇਹ ਨਹੀਂ ਹੈ ਕਿ ਜਿਹੜੀ ਆ ਆਮ ਆਦਮੀ ਪਾਰਟੀ ਦੀ ਜਿਹੜੀ ਆ ਸਰਕਾਰ ਇੱਥੇ ਪੰਜਾਬ ਦੇ ਵਿੱਚ ਬਣੇਗੀ, ਪਰ ਬਹੁਤ ਵੱਡਾ ਜਿਹੜਾ ਆ ਆਮ ਆਦਮੀ ਪਾਰਟੀ ਜਿਹੜੀ ਆ ਆਪਣੀ ਪਿੱਠ ਲਗਾਤਾਰ ਜਿਹੜੀ ਆ ਥਪਥਪਾਉਂਦੀ ਜਿਹੜੀ ਆ ਨਜ਼ਰ ਆਉਂਦੀ ਆ। ਤੇ ਭਗਵੰਤ ਮਾਨ ਦਾ ਜਿਹੜਾ ਬਹੁਤ ਵੱਡਾ ਬਿਆਨ ਸਾਹਮਣੇ ਆਇਆ ਕਿ ਜਿਹੜਾ ਆ 80 ਸੀਟਾਂ ਤੋਂ ਵੱਧ ਜਿਹੜਾ ਆ ਉਹ ਜਿਹੜੀ ਆ ਇਸ 'ਤੇ ਜਿੱਤ ਪ੍ਰਾਪਤ ਕਰਨਗੇ ਤੇ ਜਿਹੜੀ ਆਪਣੇ ਪੰਜਾਬ ਦੇ ਵਿੱਚ ਵੀ ਜਿਹੜੀ ਆ ਉਹ ਕੇਂਦਰ 'ਚ ਵੀ ਜਿਹੜੀ ਆ ਉਹ ਸਰਕਾਰ ਜਿਹੜੀ ਆ ਉਹ ਬਣਾਉਣਗੇ। ਪਰ ਜੇ ਅਸੀਂ ਅਗਲੀ ਖਬਰ ਨੂੰ ਜੇ ਇਸ ਨਾਲ ਜੋੜ ਕੇ ਵੇਖੀਏ ਕਿ ਈਵੀਐਮ ਮਸ਼ੀਨਸ ਕੱਲ ਕੀ ਨਤੀਜੇ ਦੇਗੀ, ਤਾਂ ਜਿਵੇਂ ਇਹ ਕਿਹਾ ਜਾ ਰਿਹਾ ਕਿ ਚੋਣ ਨਤੀਜੇ ਤੋਂ ਇੱਕ ਦਿਨ ਪਹਿਲਾਂ ਸੁਖਬੀਰ ਬਾਦਲ ਤੇ ਹਰਸਿਮਰਤ ਸ਼੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ ਤੇ ਕਿਹਾ ਕਿ ਐਗਜ਼ਿਟ ਪੋਲ ਸਭ ਝੂਠ, ਐਗਜ਼ਿਟ ਪੋਲ ਸਭ ਝੂਠ, ਨਤੀਜੇ ਮਸ਼ੀਨਾਂ 'ਚ ਬੰਦ। ਬਿਲਕੁਲ ਦੇਖੋ ਜੀ, ਇਹ ਸਭ ਨੂੰ ਕਹਿਣ ਦਾ ਹੱਕ ਹੈ। ਜੇ ਕੋਈ ਚੋਣ ਦੇ ਵਿੱਚ ਉਤਰਿਆ ਤਾਂ ਦੂਜੇ ਨੂੰ ਮਾੜਾ ਕਹਿਣ ਦਾ ਉਹਦਾ ਜਿਹੜਾ ਆ ਲਗਾਤਾਰ ਉਹ ਬਣ ਰਿਹਾ ਆ। ਤੇ ਇੱਕ ਗੱਲ ਰੋਹੀ ਜੀ ਹੋਰ ਜਿਹੜੀ ਆ ਸਾਫ਼-ਸਾਫ਼ ਦੇਖਣ ਵਾਲੀ ਆ, ਮੈਂ ਤੁਹਾਨੂੰ ਕਹਿਣੀ ਚਾਹੁੰਦਾ ਵਾਂ ਕਿ ਜਿਹੜੇ ਆ ਕਿਤੇ ਨਾ ਕਿਤੇ ਕਿਸਾਨੀ ਸੰਘਰਸ਼ ਦੇ ਵਿੱਚ ਜੁੜੇ ਵੱਡੇ ਚਿਹਰੇ ਰਾਕੇਸ਼ ਟਕੈਤ ਵਰਗੇ ਵੀ ਯੂਪੀ ਦੇ ਵਿੱਚੋਂ ਪਿਛੜਦੇ ਨਜ਼ਰ ਆ ਰਹੇ ਨੇ। ਤੇ ਜੇ ਇੱਥੇ ਪੰਜਾਬ ਦੀ ਗੱਲ ਕਰੀਏ, ਰਾਜੇਵਾਲ ਜੀ ਜਿਹੜੇ ਨੇ ਉਹਨਾਂ ਦੀ ਵੀ ਜਿਹੜੀ ਆ ਕਿਤੇ ਨਾ ਕਿਤੇ ਦੂਰ ਦੂਰ ਤੱਕ ਕੋਈ ਜਿਹੜੀ ਆ ਉਹਨਾਂ ਦੇ ਚਹੇਤਿਆਂ ਦੇ ਜਾਂ ਉਹਨਾਂ ਦੇ ਵੋਟਰਾਂ ਦੇ ਜਿਹੜਾ ਆ ਮੂੰਹ ਦੇ ਉੱਤੇ ਉਹਨਾਂ ਦਾ ਨਾਮ ਨਹੀਂ ਆ ਰਿਹਾ। ਤੇ ਜੇ ਗੁਰਨਾਮ ਚੜੂਨੀ ਦੀ ਗੱਲ ਕਰੀਏ, ਉਹਨਾਂ ਦਾ ਵੀ ਨਾਮ ਜਿਹੜਾ ਆ ਉਹ ਕਿਤੇ ਨਾ ਕਿਤੇ ਜਿਹੜਾ ਆ ਉਹ ਨਹੀਂ ਆ ਰਿਹਾ। ਤੇ ਉਸ ਤੋਂ ਬਾਅਦ ਚੋਂ ਜੇ ਅਸੀਂ ਗੱਲ ਕਰੀਏ ਕਿ ਜਿੱਦਾਂ ਕਿਸਾਨ ਮੋਰਚੇ ਦੇ ਵਿੱਚ ਵੱਡੀ ਸ਼ਮੂਲੀਅਤ 'ਚ ਲੋਕੀ ਜੁੜੇ ਸਨ, ਲੋਕਾਂ ਨੇ ਸਿਆਸੀ ਜਿਹੜੀ ਆ ਪਾਰਟੀਆਂ ਦਾ ਬਾਈਕਾਟ ਕੀਤਾ ਸੀਗਾ, ਤੇ ਕਿਤੇ ਨਾ ਕਿਤੇ ਇਹ ਲੱਗਦਾ ਆ ਕਿ ਉਹਨਾਂ ਨੂੰ ਜਿਹੜਾ ਜਿੰਨਾ ਉੱਥੇ ਉਹਨਾਂ ਨੂੰ ਪਿਆਰ ਮਿਲਿਆ ਸੀ ਉਹਨਾਂ ਹੀ ਉਹਨਾਂ ਨੂੰ ਜਿਹੜਾ ਆ ਪਿੱਛੇ ਪਛਾੜਿਆ ਗਿਆ। ਜੀ ਗਗਨਦੀਪ ਜੀ, ਤੇ ਇਸ ਨਾਲ ਜਿਹੜਾ ਸਾਡਾ ਪ੍ਰੋਗਰਾਮ ਦਾ ਸਮਾਂ ਉਹ ਵੀ ਸਮਾਪਤ ਹੋ ਚੁੱਕਿਆ ਹੈ। ਇਦਾਂ ਹੀ ਤੁਹਾਡੇ ਨਾਲ ਫਿਰ ਮੁਲਾਕਾਤ ਹੋਏਗੀ। ਮੈਨੂੰ ਰੂਹੀ ਗਰੋਵਰ ਨੂੰ ਤਦ ਤੱਕ ਤੇ ਗਗਨਦੀਪ ਜੀ ਅਨੰਦਪੁਰੀ ਜੀ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।